ਸਿਰੇ ਵੱਖਰੇ ਆ, ਪਿੰਡਾਂ ਦੇ ਵਿੱਚ ਧਾਰਮਿਕ ਸਥਾਨ ਵੱਖਰੇ ਆ, ਤਾਂ ਰਾਜਨੀਤੀ ਉੱਤੇ ਤੁਸੀਂ ਇਕੱਠੇ ਹੋ ਰਹੇ ਆ। ਕੀ ਥੱਲੇ ਇੰਨਾ ਪਾੜਾ ਹੈ ਉੱਤੇ ਇਕੱਠੇ ਹੋ ਸਕਦੇ ਹੋ? ਦੇਖੋ ਗੱਲ ਇੱਦਾਂ ਹੈਗੀ ਆ ਕਿ 32% ਆਬਾਦੀ ਹੋਣ ਦੇ ਬਾਵਜੂਦ ਵੀ ਇੱਕ ਵੀ ਦਲਿਤ ਚੋਟੀ ਦਾ ਲੀਡਰ ਪੰਜਾਬ 'ਚ ਨਹੀਂ ਆਇਆ। ਜਦੋਂ ਇੱਕ ਦੂਜੇ ਨਾਲ ਰਸਮੀ ਫਾਰਮੈਲਿਟੀਜ਼ ਪੂਰੀਆਂ ਕੀਤੀਆਂ ਤਾਂ ਜਦੋਂ ਉਹ ਮਿੱਠਾ ਇੱਕ ਦੂਜੇ ਦੇ ਮੂੰਹ ਨੂੰ ਲਗਾਇਆ ਤਾਂ ਉਦੋਂ ਵੀ ਯੂਪੀ ਵਾਲਾ ਬੰਦਾ ਉੱਥੇ ਸੀ। ਇਹ ਗੱਲ ਨਹੀਂ ਹੈ ਕਿ ਸਮਝੌਤਾ ਕਰਨ ਵਾਲੇ ਪੰਜਾਬ ਦੀ ਜਿਹੜੀ ਜ਼ਮੀਨੀ ਰਿਐਲਿਟੀ ਆ, ਗਰਾਊਂਡ ਰਿਐਲਿਟੀ ਆ, ਉਹਦੇ ਤੋਂ ਜਾਣੂ ਨਹੀਂ ਹੈਗੇ। ਜਿਹੜੇ ਤੁਹਾਡੇ ਸ਼ਕਤੀ ਦੇ ਸੋਮੇ ਆ ਉਹਨਾਂ 'ਚ ਹਿੱਸੇਦਾਰ ਦੀ ਗੱਲ ਹੁੰਦੀ ਆ, ਫਿਰ ਤਾਂ ਜਾਤ ਉੱਤੇ ਬੜੀ ਉੱਠਦੀ ਆ, ਪਰ ਉੱਦਾਂ ਜਾਤ ਨਹੀਂ ਉੱਠਦੀ। ਲੱਗਦਾ ਵੀ ਬੀਐਸਪੀ ਜਿਹੜੀਆਂ ਰਿਜ਼ਰਵ ਨਹੀਂ ਹੈਗੀਆਂ ਸੀਟਾਂ, ਉਹਨਾਂ ਸੀਟਾਂ 'ਤੇ ਜਨਰਲ ਬੰਦੇ ਖੜੇ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਕਰਮ ਸਿੱਖਾ। ਤੁਸੀਂ ਜੁੜ ਚੁੱਕੇ ਹੋ ਦਾ ਮਿਰਰ ਪੰਜਾਬ ਟੀਵੀ ਦੇ ਨਾਲ। ਜਿਸ ਤਰ੍ਹਾਂ ਦਲਿਤ ਸਮਾਜ ਨੂੰ ਲੈ ਕੇ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਸ਼ੁਰੂ ਤੋਂ ਸਿਆਸਤ ਹੁੰਦੀ ਆਈ ਹੈ, ਰਾਜਨੀਤੀ ਕੀਤੀ ਆ, ਉਹ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਜਿਹੜਾ ਇੱਕ ਸੰਸਕ੍ਰਿਤੀ ਦੇ ਵਿੱਚ ਜਾਤ ਦਾ ਪ੍ਰਬੰਧ ਪਿਆ, ਉਸ ਪ੍ਰਬੰਧ ਨੇ ਇਸ ਦੇਸ਼ ਦੀ ਰਾਜਨੀਤੀ ਨੂੰ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕੀਤਾ। ਤਾਜ਼ਾ ਘਟਨਾ ਵਾਪਰੀ ਆ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਬੀਐਸਪੀ ਦੇ ਵਿੱਚ ਚੋਣ ਸਮਝੌਤਾ ਹੋਇਆ। ਉਸ ਸਮਝੌਤੇ ਬਾਰੇ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋ ਕਿ ਲਗਾਤਾਰ ਜਿਹੜੀ ਗੱਲ ਹੋ ਰਹੀ ਆ ਕਿ ਇਸ ਸਮਝੌਤੇ ਦਾ ਆਧਾਰ ਕੀ ਆ, ਇਸ ਸਮਝੌਤੇ ਦਾ ਸਿਧਾਂਤ ਕੀ ਆ, ਇਹ ਸਮਝੌਤਾ ਨਿਰੋਲ ਆਪਣੀ ਸਿਰਫ ਸੀਟਾਂ ਦੇ ਲਾਲਚ ਬਸ ਜਾਂ ਕਿਸੇ ਮੰਗਾਂ ਮਸਲਿਆਂ ਦੀ ਸਾਂਝ ਕਰਕੇ ਕੀਤਾ ਗਿਆ, ਜਾਂ ਇਹਦਾ ਮਕਸਦ ਕੀ ਆ। ਇਹਨਾਂ ਚਰਚਾਵਾਂ ਦੇ ਦਰਮਿਆਨ ਅਸੀਂ ਅੱਜ ਗੱਲ ਕਰਨ ਪਹੁੰਚੇ ਹਾਂ ਪ੍ਰੋਫੈਸਰ ਰੌਣਕੀ ਰਾਮ ਜੀ, ਜਿਹੜੇ ਪੰਜਾਬ ਦੇ ਦਲਿਤ ਮੁੱਦਿਆਂ ਦੇ ਉੱਤੇ ਜਿਨ੍ਹਾਂ ਦੀ PhD ਆ, ਔਰ ਲਗਾਤਾਰ ਜਿਹੜੇ ਉਹ ਗੱਲ ਕਰਦੇ ਰਹਿੰਦੇ ਆ, ਆਰਟੀਕਲ ਲਿਖਦੇ ਰਹਿੰਦੇ ਆ। ਕੀ ਇਸ ਸਮਝੌਤੇ ਦਾ ਮਕਸਦ ਆ, ਕੀ ਪ੍ਰਭਾਵ ਪੈਣਗੇ, ਆਓ ਗੱਲ ਕਰਦੇ ਹਾਂ ਪ੍ਰੋਫੈਸਰ ਰੌਣਕੀ ਰਾਮ ਜੀ ਨਾਲ। ਸਤਿ ਸ਼੍ਰੀ ਅਕਾਲ ਜੀ ਪ੍ਰੋਫੈਸਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ, ਤਾਜ਼ਾ ਘਟਨਾ ਵਾਪਰੀ ਹੈ ਜਿਹੜੀ ਬੀਐਸਪੀ ਤੇ ਅਕਾਲੀ ਦਲ ਦੇ ਵਿੱਚ ਸਮਝੌਤਾ ਹੋਇਆ ਚੋਣਾਂ ਨੂੰ ਲੈ ਕੇ, ਕਿੱਦਾਂ ਦੇਖਦੇ ਹੋ ਸਮਝੌਤੇ ਨੂੰ? ਦੇਖੋ, ਇਹ ਸਮਝੌਤਾ ਤਕਰੀਬਨ 25 ਸਾਲ ਬਾਅਦ 26 ਸਾਲ ਬਾਅਦ ਇਹ ਮੁੜ ਕੇ ਇਹਨਾਂ ਦੇ ਆਪਸ ਵਿੱਚ ਹੀ ਇਲੈਕਸ਼ਨ ਲੜਨ ਵਾਸਤੇ ਇਲੈਕਟੋਰਲ ਅਲਾਇੰਸ ਕਹਿ ਦਿਓ, ਇਹਨਾਂ ਨੇ ਇਹ ਬਣਾਇਆ ਹੈਗਾ। 1996 ਤੋਂ ਬਾਅਦ ਜਦੋਂ ਇਕੱਠੇ ਦੋਨਾਂ ਨੇ ਰਲ ਕੇ ਇਲੈਕਸ਼ਨ ਲੜਿਆ ਸੀ, ਉਸ ਤੋਂ ਬਾਅਦ ਫਿਰ ਇਮੀਡੀਏਟਲੀ ਆਫਟਰ ਦੈਟ ਉਹ ਬੀਐਸਪੀ ਨਾਲੋਂ ਨਾਤਾ ਤੋੜ ਕੇ ਸੈਂਟਰ 'ਚ ਵਾਜਪਾਈ ਦੀ ਸਰਕਾਰ ਬਣਨੀ ਸੀਗੀ ਅਤੇ ਵਾਜਪਾਈ ਦੀ ਸਰਕਾਰ ਨੂੰ ਸਪੋਰਟ ਕੀਤਾ ਅਤੇ ਦੈਟ ਵਾਜ਼ ਦਾ ਬਿਗਨਿੰਗ ਐਂਡ ਐਂਡ ਆਫ ਦਾ। ਉਸ ਤੋਂ ਬਾਅਦ ਹੁਣ ਤੱਕ 12 ਜੂਨ ਤੱਕ ਜਿਹੜਾ ਸੀਗਾ ਇਹ ਅਕਾਲੀ ਦਲ ਅਤੇ ਬੀਐਸਪੀ ਦਾ ਆਪਸ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਗੱਠਜੋੜ ਨਹੀਂ ਸੀਗਾ। ਮੈਨੂੰ ਲੱਗ ਰਿਹਾ ਇਹੋ ਕਿ ਇਸ ਵਕਤ ਅਗਰ ਇਸ ਗੱਠਜੋੜ ਬਾਰੇ ਕੋਈ ਵਿਚਾਰ ਰੱਖਣਾ ਹੈ, ਕੁਝ ਸਮਝਣਾ ਹੈ, ਇਹਨਾਂ ਦੋਨਾਂ ਪਾਰਟੀਆਂ ਦੇ ਜਿਹੜਾ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਸੰਦਰਭ ਹੈ, ਉਹਦੇ 'ਚ ਸਾਨੂੰ ਮੱਦੇਨਜ਼ਰ ਰੱਖਦੇ ਹੋਏ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਪਊਗੀ। ਤੁਸੀਂ ਦੇਖਿਓ ਕਿ ਇਸ ਲਈ 6 ਮਹੀਨੇ ਤੋਂ ਵਾਧੂ ਸਮੇਂ ਹੋ ਗਿਆ ਹੈਗਾ ਕਿ ਕਿਸਾਨ ਐਜੀਟੇਸ਼ਨ ਚੱਲ ਰਹੀ ਹੈਗੀ ਹੈ, ਔਰ ਕਿਸਾਨ ਐਜੀਟੇਸ਼ਨ ਦਾ ਬਿੰਦੂ ਜੋ ਹੈ ਉਹ ਹੈ ਇਹ 3 ਕਾਨੂੰਨ। ਉਹ ਜਿਹੜੇ 3 ਕਾਨੂੰਨ ਆ ਉਹ ਸੈਂਟਰ ਸਰਕਾਰ ਵੱਲੋਂ ਪਾਸ ਕੀਤੇ ਗਏ ਸਨ, ਔਰ ਸੈਂਟਰ ਸਰਕਾਰ ਜਿਹੜੀ NDA ਹੈਗੀ ਆ ਉਹਦੇ ਵਿੱਚ BJP ਜਿਹੜੀ ਆਪਣੇ ਅਕਾਲੀ ਦਲ ਭਾਈਵਾਲ ਸਿੰਘ। ਬੇਸ਼ੱਕ ਜਦੋਂ ਬਹੁਤ ਸਾਰਾ ਇਹਦੇ 'ਤੇ ਕਿੰਤੂ ਪਰੰਤੂ ਹੋਈ, ਪੰਜਾਬ 'ਚ ਐਜੀਟੇਸ਼ਨ ਹੋਇਆ ਅਤੇ ਅਕਾਲੀ ਦਲ ਬਾਹਰ ਆ ਗਿਆ NDA ਤੋਂ, ਔਰ BJP ਨਾਲ ਪੰਜਾਬ ਦੀ ਜਿਹੜੀ ਸੀ ਉਹਨਾਂ ਦੀ ਸਾਂਝ ਉਹ ਟੁੱਟ ਜਾਂਦੀ ਆ। ਹੁਣ ਇਸ ਵੇਲੇ ਅਕਾਲੀ ਦਲ ਦੀ ਸਿਰਫ 3 ਮੁੱਦਿਆਂ ਨੂੰ ਲੈ ਕੇ, ਜਿਹੜੇ 3 ਕਾਨੂੰਨ ਹੈ ਇਹਨਾਂ ਨੂੰ ਲੈ ਕੇ ਹੀ ਮੁਖਾਲਫਤ ਨਹੀਂ ਹੋ ਰਹੀ। ਤਕਰੀਬਨ ਪਿਛਲੇ ਕੋਈ 3-4 ਮਹੀਨਿਆਂ ਤੋਂ ਦੁਬਾਰਾ ਫਿਰ ਬਰਗਾੜੀ ਵਾਲਾ ਮਸਲਾ ਭਖ ਗਿਆ। ਇਹ ਤਾਂ ਸੰਦਰਭ ਹੈ ਅਕਾਲੀ ਦਲ ਦਾ।
ਉਹਨਾਂ ਨੂੰ ਲੱਗਿਆ ਕਿ ਇਸ ਲਈ ਸਾਨੂੰ ਕਿਸੇ ਤਰੀਕੇ ਨਾਲ ਵੀ ਕੋਈ ਨਾ ਕੋਈ ਸਾਥੀ ਨਾਲ ਰਲ ਕੇ, ਉਹ ਸਾਥੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਸ਼ਡਿਊਲਡ ਕਾਸਟ ਪਾਪੂਲੇਸ਼ਨ ਤਕਰੀਬਨ 32% ਹੈ। ਕੋਈ ਬੰਦੇ 34 ਕਹਿੰਦੇ 35 ਕਹਿੰਦੇ, ਉਹ ਨਹੀਂ ਹੈਗੀ। ਮਤਲਬ 2011 ਦੀ ਜਿਹੜੀ ਜਨਸੰਖਿਆ ਹੈਗੀ ਆ ਉਹਦੇ ਹਿਸਾਬ ਨਾਲ ਇਹ ਮਤਲਬ 31.94% ਬਣਦੀ ਆ, ਮਤਲਬ 32% ਹੈਗੀ ਆ। ਤਕਰੀਬਨ 19% ਹੀ ਮਤਲਬ ਕਿ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਪਰਿਵਾਰ ਨਾਲ, ਜੱਟ ਸਮਾਜ ਨਾਲ ਜੁੜੇ ਹੋਏ ਕਿਸਾਨ ਨੇ, ਉਹਨਾਂ ਦੀ ਵੀ ਸੰਖਿਆ ਮਤਲਬ ਕਿ 30 ਤੋਂ 32 ਦੇ ਲਗਭਗ ਨਾਲ ਪੈਂਦੀ ਆ। ਜੇ ਤੁਸੀਂ ਇਹਨਾਂ ਦੋਨਾਂ ਕਮਿਊਨਿਟੀ ਨੂੰ ਇਕੱਠਾ ਕਰ ਲਓ, SC ਵੋਟ ਅਤੇ ਪੰਜਾਬ ਦੀ ਕਿਸਾਨੀ ਵੋਟ, ਖਾਸ ਤੌਰ 'ਤੇ ਜੱਟ ਸਿੱਖ ਵੋਟ, ਤਾਂ ਇਹ ਤਕਰੀਬਨ 60% ਤੋਂ ਜ਼ਿਆਦਾ 61-62% ਬਣ ਜਾਂਦੀ ਆ। ਹੁਣ ਅਗਰ ਇਹਨਾਂ 'ਚ ਗਠਬੰਧਨ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਲੱਗਿਆ ਕਿ ਅਸੀਂ ਤਾਂ ਬੜਾ ਅੱਛੀ ਤਰ੍ਹਾਂ ਮੁਕਾਬਲਾ ਕਰ ਪਾਵਾਂਗੇ। ਕਾਂਗਰਸ ਅੰਦਰੋਂ ਕਾਫੀ ਉਹਨਾਂ ਦੀ ਇੰਟਰਨਲ ਵਾਰ ਚੱਲ ਰਹੀ ਆ, ਪਾਰਟੀ ਦੇ ਵਿੱਚ ਅੰਦਰੋਂ ਕਾਟੋ ਕਲੇਸ਼ ਪਿਆ ਹੋਇਆ ਹੈਗਾ, ਔਰ BJP ਜਿਹੜੇ ਸੁਪਨੇ ਲੈ ਰਹੀ ਹੈ ਕਿ ਅਸੀਂ ਬਹੁਤੀਆਂ ਸੀਟਾਂ ਜਿੱਤਾਂਗੇ, ਉਹਨੂੰ ਇੱਕ ਸਕਸ਼ਟ ਦੇਣ ਵਾਸਤੇ ਇਹਨਾਂ ਨੇ ਆਲਰੇਡੀ ਮਤਲਬ ਕਿ ਦਲਿਤ ਡਿਪਟੀ CM ਉਹਨਾਂ ਨੂੰ ਨਾਲ ਲੈ ਕੇ ਇਹ ਇੱਕ ਸੰਦਰਭ ਬਣਾਇਆ। ਦੋਨਾਂ ਦਾ ਹੀ ਇਹ ਬਣਿਆ ਸੰਦਰਭ। ਲੇਕਿਨ ਹੁਣ BSP ਦੀ ਆਪਣੀ ਪੋਜੀਸ਼ਨ ਪਿਛਲੇ ਸਾਲਾਂ ਤੋਂ ਕਾਫੀ, ਪਿਛਲੇ ਜਿਹੜਾ ਇਲੈਕਸ਼ਨ ਹੋਇਆ ਉਹਦੇ 'ਚ ਇਹਨਾਂ ਦਾ ਜਿਹੜਾ ਵੋਟ ਬੈਂਕ ਹੈ ਉਹ 2% ਵੀ ਨਹੀਂ ਸੀਗਾ, 1.59%, 2% ਤੋਂ ਘੱਟ ਰਿਹਾ ਕਾਫੀ, 1.60 ਕਹਿ ਲਓ ਤੁਸੀਂ। ਹੁਣ ਜੇ ਇਹਨਾਂ ਦੀ ਆਪਣੀ ਇੰਡੀਪੈਂਡੈਂਟ ਐਗਜ਼ਿਸਟੈਂਸ ਤੋਂ ਹੈ, ਉਹ ਐਗਜ਼ਿਸਟੈਂਸ ਇਹਨਾਂ ਦੀ ਸਮਾਜਿਕ ਲੈਵਲ 'ਤੇ ਆ, ਚੇਤਨਾ ਬਹੁਤ ਹੈ ਸਮਾਜ ਵਿੱਚ, ਸਮਾਜਿਕ ਲੈਵਲ 'ਤੇ ਜੁੜੇ ਹੋਏ ਨੇ, ਆਪਣੀਆਂ ਗੱਲਬਾਤ ਕਰਦੇ ਨੇ, ਲੇਕਿਨ ਰਾਜਨੀਤਿਕ ਲੈਵਲ ਉੱਤੇ, ਪੋਲੀਟੀਕਲ ਲੈਵਲ ਉੱਤੇ ਇਕੱਠ ਨਹੀਂ ਹੈਗਾ। ਉਹਦਾ ਕਾਰਨ ਕੀ ਹੈ? ਉਹ ਦੋ ਹੈ। ਪੰਜਾਬ ਦੇ ਵਿੱਚ ਦੋ ਗਰੁੱਪ ਨੇ, ਖਾਸ ਤੌਰ 'ਤੇ 39 ਜਾਤਾਂ ਦੇ ਵਿੱਚ ਦੋ ਗਰੁੱਪ ਜਾਤ ਜਿਹੜੀਆਂ ਹੈਗੀਆਂ, ਮੈਂ ਮਾਫ ਕਰਦਾ, ਮੈਂ ਜਾਤੀ ਸੂਚਕ ਨਾਮ ਲਵਾਂਗਾ ਕਿਉਂਕਿ ਉਹ ਆਪਣੇ ਜਾਤੀ ਸੂਚਕ ਨਾਮ ਜਿਹੜੇ ਨੇ ਉਹ ਆਲਰੇਡੀ ਸਾਡੀ ਸੈਂਸ 'ਚ ਹੈਗੇ ਨੇ। ਬਾਲਮੀਕ ਤੇ ਮੱਧਵੀ ਇੱਕ ਗਰੁੱਪ, ਆਧਰਮੀ ਤੇ ਜਿਹੜਾ ਚਮਾਰ ਗਰੁੱਪ, ਇਹ ਦੋ ਗਰੁੱਪ ਬਣ ਗਏ। ਇਹ ਦੋਨੇ ਹੀ ਤਕਰੀਬਨ 80% ਇਹਨਾਂ ਦੀ ਟੋਟਲ 39 ਜਿਹੜੀਆਂ ਪੰਜਾਬ ਵਿੱਚ ਦਲਿਤ ਸ਼ਡਿਊਲਡ ਕਾਸਟ ਜਾਤਾਂ ਨੇ ਉਹਨਾਂ ਦੀ ਸੰਖਿਆ ਬਣਦੀ ਆ। ਹੁਣ ਇਹ ਦੋਨੇ ਜੇ ਇਕੱਠੇ ਹੋ ਜਾਣ ਤਾਂ ਕਮਾਲ ਹੈ। ਪਰ ਹੈਰਾਨਗੀ ਇਸ ਗੱਲ ਦੀ ਹੈ ਕਿ ਇਹ 1925 ਦਾ ਨਾਂ ਤਾਂ ਲੈ ਰਿਹਾ ਮੈਂ, ਉਦੋਂ ਆਦ ਧਰਮ ਦੀ ਨੀਂਹ ਰੱਖੀ ਗਈ ਸੀ, ਬਹੁਤ ਤਕੜੀ ਮੂਵਮੈਂਟ ਚੱਲੀ ਸੀ, ਉਦੋਂ ਤੋਂ ਵੀ ਇਹ ਸਾਥ ਨਹੀਂ ਹੈਗੇ। ਵਾਲਮੀਕੀਆਂ ਦਾ ਰੁਖ ਹੋਰ ਹੈ, ਆਦ ਧਰਮੀ ਜ਼ਿਆਦਾਤਰ ਚਮਾਰ ਜਾਤ ਤੋਂ ਬਦਲ ਕੇ ਹੀ 1931 'ਚ ਧਰਮ ਬਣਿਆ ਸੀਗਾ ਆਦ ਧਰਮ, ਉਸ ਤੋਂ ਬਾਅਦ ਫਿਰ ਜਾਤ ਬਣੀ, ਉੱਥੋਂ ਨਿਕਲੇ ਆ। ਇਹਨਾਂ ਦੋਨਾਂ ਦੀ ਜਿਹੜੀ ਆ ਇਕੱਠ ਨਹੀਂ ਹੈਗਾ। ਕਈ ਵਾਰ ਵਾਲਮੀਕੀ ਕਾਂਗਰਸ ਨਾਲ, ਮੱਧਵੀ ਅਕਾਲੀਆਂ ਨਾਲ, ਕਈ ਵਾਰੀ ਵਾਲਮੀਕੀ ਉਹਨਾਂ ਦੀ ਆਪਸ ਵਿੱਚ ਹੀ ਚੇਂਜ ਹੁੰਦਾ ਰਹਿੰਦਾ। ਲੇਕਿਨ ਉਸ ਪਾਸੇ ਰਵਿਦਾਸੀਏ ਕਾਂਗਰਸ ਨਾਲ ਅਤੇ ਰਾਮਦਾਸੀਏ ਅਕਾਲੀਆਂ ਨਾਲ, ਇਹ ਮਤਲਬ ਇਸ ਤਰ੍ਹਾਂ ਦਾ ਗੱਠਜੋੜ ਜਿਹੜਾ ਸੀ ਚੱਲਦਾ ਰਿਹਾ। ਇਹਨੂੰ ਲੱਗਦਾ ਕਿ ਜੇ ਅਸੀਂ ਇਕੱਲੇ ਲੜਾਂਗੇ ਸਾਡੀਆਂ ਵੋਟਾਂ ਤਾਂ ਡਿਵਾਈਡ ਹੋ ਜਾਣੀਆਂ ਹੈਗੀਆਂ। ਮੈਨੂੰ ਲੱਗਦਾ ਕਿ ਜਿਹੜੀ BSP ਲੀਡਰਸ਼ਿਪ ਹੈ ਉਹਨੇ ਵੀ ਇਸ ਸੰਦਰਭ ਨੂੰ ਰੱਖ ਕੇ ਸੋਚਿਆ ਕਿ ਇਸ ਲਈ ਮੌਕਾ ਹੈ, ਚਲੋ ਇੱਕ ਦੂਜੇ ਨਾਲ ਇਲੈਕਟਰਲ ਜਿਹੜਾ ਚੋਣਾਂ ਨੂੰ ਮੁੱਖ ਰੱਖ ਕੇ ਸਾਥ ਲਈਏ। ਪਰ ਮੇਰੇ ਖਿਆਲ ਦੇ ਵਿੱਚ ਜੋ ਪੰਜਾਬ ਦੇ ਵਿੱਚ ਇਹਦਾ ਰਿਸਪੌਂਸ ਆਇਆ, ਜੋ ਅਖਬਾਰਾਂ 'ਚ ਕੁਝ ਮੈਂ ਵੀ ਲਿਖਿਆ ਹੈਗਾ, ਉਹਦੇ 'ਚ ਲੋਕ ਜਿਹੜੇ ਦਲਿਤ ਸਮੁਦਾਇ ਨਾਲ ਜੁੜੇ ਹੋਏ ਨੇ ਉਹ ਇਸ ਐਲਾਨ ਤੋਂ ਉਹਨਾਂ ਨੂੰ ਥੋੜ੍ਹੀ ਨਿਰਾਸ਼ਾ ਹੋਈ ਹੈ, ਕਿਉਂਕਿ ਬੰਗਿਆਂ ਦੀ ਔਰ ਆਦਮਪੁਰ ਦੀ, ਸ਼ਾਮ ਚੌਰਾਸੀ ਦੀ, ਬਲਾਚੌਰ ਦੀ, ਨਵਾਂ ਸ਼ਹਿਰ ਦੀ, ਗੜ੍ਹ ਸ਼ੰਕਰ ਦੀ, ਇਹ ਜਿਹੜੀਆਂ ਅਸੈਂਬਲੀ ਕੰਸਟੀਚੁਐਂਸੀ ਨੇ, ਇਹਨਾਂ 'ਚ ਪਿਛਲੇ ਵੀ ਜਿਹੜਾ ਇਲੈਕਸ਼ਨ 2019 'ਚ ਹੋਇਆ ਲੋਕ ਸਭਾ ਦਾ, ਇਹ ਲੋਕ ਸਭਾ ਦੀਆਂ ਅਸੈਂਬਲੀ ਸੈਗਮੈਂਟਸ ਨੇ, ਇਹਨਾਂ 'ਚ ਉਹਨਾਂ ਦੀ ਬਹੁਤ ਜ਼ਿਆਦਾ ਰਹੀ ਵੋਟ, ਕਿੰਨਿਆਂ 'ਚ 20,000 ਤੋਂ ਜ਼ਿਆਦਾ ਵੋਟ ਰਹੀ ਹੈਗੀ। ਉਹ ਕਹਿੰਦੇ ਵੀ ਬਾਹਰ ਚੋਂ ਕੱਢੀਆਂ ਗਈਆਂ। ਅਕਾਲੀ ਦਲ ਦਾ ਕਹਿਣਾ ਹੈ ਕਿ ਬੰਗਿਆਂ 'ਚ, ਆਦਮਪੁਰ ਦੀ ਅਤੇ ਆਪਣੇ ਫਿਲੌਰ ਦੀ ਜਿਹੜੀ ਸੀਟ ਹੈ ਉਹ ਸਾਡੇ ਕੋਲ ਨੇ, ਕਿ ਉਹ ਤਿੰਨਾਂ ਸੀਟਾਂ 'ਤੇ ਜਿਹੜੇ ਕਾਂਗਰਸ ਅਕਾਲੀ ਦਲ ਦੇ ਅਸਲੇ ਰਿਪਰੈਜ਼ੈਂਟੇਟਿਵ ਨੇ ਉਹ ਪਹਿਲਾਂ ਕਿਸੇ ਵੇਲੇ BSP 'ਚ ਹੁੰਦੇ ਸੀ। ਜਿੱਦਾਂ ਪਵਨ ਕੁਮਾਰ ਟੀਨੂ ਦਾ ਤਲਾਂ ਦੇ ਮਾਮਲੇ 'ਚ ਉਦੋਂ ਉੱਠਿਆ ਉਹ ਮੁੰਡਾ ਬੜਾ ਹੀ ਹੋਣਹਾਰ ਹੈ, ਬੜਾ ਹੀ ਇਫੈਕਟਿਵ। ਸੌਰੀ ਮੈਂ ਗੱਲ ਕੱਟ ਰਿਹਾ। ਜੇ ਆਪਾਂ ਸੀਟਾਂ ਦੀ ਗੱਲ ਕਰੀਏ, ਸੀਟਾਂ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਵੀ ਬਹੁਤ ਸਾਰੀਆਂ ਸੀਟਾਂ ਜਿੱਥੋਂ ਜਿਹੜੀ BSP ਨੂੰ ਵੋਟ ਵੱਧ ਪੈ ਸਕਦੀ ਸੀ, ਉਹ ਸੀਟਾਂ ਤਾਂ BSP ਨੂੰ ਨਹੀਂ ਦਿੱਤੀਆਂ ਗਈਆਂ।
ਤੇ ਬੀਐਸਪੀ ਨੂੰ ਸਿਰਫ ਜੇ 20 ਦੇ ਵਿੱਚੋਂ ਦੇਖੀਏ ਕਰਤਾਰਪੁਰ, ਫਲੌਰ ਤੇ ਨਵਾਂ ਸ਼ਹਿਰ ਸੀਟ ਆ ਜਿਹੜੀ ਜਿੱਤਣ ਦੇ ਆਸਾਰ ਲੱਗਦੇ ਆ। ਬਿਲਕੁਲ ਨਹੀਂ। ਪੈਲ ਹਲਕੇ ਤੋਂ ਪਿਛਲੀ ਵਾਰ ਬੀਐਸਪੀ ਦੇ ਕੈਂਡੀਡੇਟ ਨੂੰ 626 ਵੋਟਾਂ ਪਈਆਂ ਸੀ ਹਾਂ ਹਾਂ। ਤੇ ਇਹੋ ਜਿਹੇ ਹਲਕੇ ਉਹ ਬੀਐਸਪੀ ਨੂੰ ਦਿੱਤੇ ਗਏ ਆ। ਇਹਦੇ ਵਿੱਚ ਵੀ ਹੋਰ ਵੀ ਘਟ ਪਈਆਂ। ਇਹ ਬੀਐਸਪੀ ਨੇ ਇੰਨੀ, ਕਿਉਂਕਿ ਉਹਨਾਂ ਨੂੰ ਵੀ ਹੁਣ ਰਾਜਨੀਤਿਕ ਤੌਰ 'ਤੇ ਚੇਤਨਾ ਤਾਂ ਹੈ ਹੀ ਆ, ਉਹਨਾਂ ਨੂੰ ਵੀ ਪਤਾ ਵੀ ਹਾਂ ਸਾਨੂੰ ਜਿਹੜਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਘੱਟ ਜਿਹੜੀਆਂ ਵੋਟਾਂ ਵਾਲੀਆਂ ਸੀਟਾਂ ਦਿੱਤੀਆਂ ਗਈਆਂ ਨੇ, ਇਹ ਬੀਐਸਪੀ ਨੇ ਫਿਰ ਵੀ ਇਸ ਸਮਝੌਤੇ ਨੂੰ ਸਵੀਕਾਰ ਕੀਤਾ। ਦੇਖੋ, ਜਿਹੜਾ ਪਹਿਲਾ ਪ੍ਰਧਾਨ ਸੀਗਾ ਗੜੀ ਤੋਂ ਪਹਿਲਾਂ ਰਛਪਾਲ ਦਾ ਨਾ, ਉਹਦਾ ਵੀ ਕਹਿਣਾ ਹੈਗਾ ਕਿ ਸਾਨੂੰ ਜਿਹੜੀ ਆ ਸੈਂਟਰ ਦੀ ਲੀਡਰਸ਼ਿਪ ਹੈ, ਉਹਨਾਂ ਨੇ ਲੋਕਲ ਲੀਡਰਸ਼ਿਪ ਦੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ। ਦੇਖੋ, ਗੱਲ ਇੱਦਾਂ ਹੈਗੀ ਆ ਕਿ 32% ਆਬਾਦੀ ਹੋਣ ਦੇ ਬਾਵਜੂਦ ਵੀ ਇੱਕ ਵੀ ਦਲਿਤ ਚੋਟੀ ਦਾ ਲੀਡਰ ਪੰਜਾਬ 'ਚ ਨਹੀਂ ਆਇਆ। ਜਦੋਂ ਇਹ ਸਮਝੌਤੇ ਦੀ ਇੱਕ ਦੂਜੇ ਨਾਲ ਰਸਮੀ ਫਾਰਮੈਲਿਟੀਜ਼ ਪੂਰੀਆਂ ਕੀਤੀਆਂ, ਤਾਂ ਜਦੋਂ ਉਹ ਮਿੱਠਾ ਇੱਕ ਦੂਜੇ ਦੇ ਮੂੰਹ ਨੂੰ ਲਗਾਇਆ ਤਾਂ ਉਦੋਂ ਵੀ ਯੂਪੀ ਵਾਲਾ ਬੰਦਾ ਉੱਥੇ ਸੀ, ਮਿਸ਼ਰਾ ਜੀ ਸਨ, ਪੰਜਾਬ ਤੋਂ ਕੋਈ ਨਹੀਂ ਆਇਆ। ਇਹ ਜੇ ਸਮਝੌਤਾ ਹੋਣਾ ਸੀ, ਉਹਦਾ ਮਤਲਬ ਇਹ ਆ ਕਿ ਭਾਵੇਂ ਇਹ ਬੀਐਸਪੀ ਦਾ ਸਮਝੌਤਾ ਹੈ, ਲੇਕਿਨ ਇਹ ਕਿ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਨਾ ਹੋ ਕੇ ਮਾਇਆਵਤੀ ਜਿਹੜੀ ਇੱਕ ਮਤਲਬ ਬੀਐਸਪੀ ਲਾਰਜਰ ਲੈਵਲ 'ਤੇ ਉਹਦੀ ਪ੍ਰਧਾਨ ਹੈ, ਉਹਦੇ ਵੱਲੋਂ ਅੰਡਰਸਟੈਂਡਿੰਗ ਹੈ। ਕੀ ਅੰਡਰਸਟੈਂਡਿੰਗ ਪੰਜਾਬ ਦੇ ਵੱਖ-ਵੱਖ ਜੋ ਦਲਿਤ ਸਮੁਦਾਇ ਦੇ ਲੋਕਲ ਲੈਵਲ 'ਤੇ ਲੀਡਰ ਸਨ ਉਹਨਾਂ ਨੂੰ ਪੁੱਛ ਕੇ ਕੀਤਾ ਗਿਆ? ਜੇ ਨਹੀਂ ਕੀਤਾ ਗਿਆ ਤਾਂ ਇਹ ਮਤਲਬ ਹੈ ਕਿ ਇਹਦੇ 'ਤੇ ਬਹੁਤਾ ਕੋਈ ਜ਼ਿਆਦਾ ਤੌਰ 'ਤੇ ਉਹਨਾਂ ਦਾ ਇੰਟਰਸਟ ਨਹੀਂ ਹੈਗਾ। ਇੱਕ ਚਲੋ ਜੀ ਇਲੈਕਸ਼ਨ ਹੋਣੀ ਆ, ਇੱਕ ਸਮਝੌਤਾ ਕਰ ਲੈਂਦੇ। ਸਮਝੌਤੇ ਦੇ ਵਿੱਚ ਕਿਤੇ ਲਾਲਚ ਵੀ ਆਉਂਦਾ ਕਿ ਸੀਟਾਂ ਦੇ ਲਾਲਚ ਕਰਕੇ ਕੀਤਾ ਗਿਆ, ਜਾਂ ਪਹਿਲਾਂ ਵੀ ਦੋਸ਼ ਲੱਗਦੇ ਰਹੇ ਆ ਵੀ ਜਿਹੜੇ ਮਾਇਆਵਤੀ ਜੀ ਤੇ ਦੋਸ਼ ਲੱਗਦੇ ਰਹੇ ਵੀ ਪੈਸੇ ਲੈ ਕੇ, ਅਕਾਲੀਆਂ ਤੋਂ ਪੈਸੇ ਲੈ ਕੇ ਇਹ ਚੋਣਾਂ ਦੇ ਵਿੱਚ ਆਪਦੇ ਮਾੜੇ ਕੈਂਡੀਡੇਟ ਖੜੇ ਕਰਦੇ ਰਹੇ ਆ। ਇਹ ਤਾਂ ਅਕਸਰ ਹੁੰਦਾ ਗਿਆ, ਕਿਉਂਕਿ ਕਾਫੀ ਜਿਹੜੀ ਪੰਜਾਬ ਦੀ ਦਲਿਤ ਸੀਨੀਅਰ ਇਲੈਕਟੋਰੇਟ ਦੇ ਵੋਟਰ ਨੇ ਉਹ ਮਤਲਬ ਇਸ ਗੱਲ ਨੂੰ ਅਕਸਰ ਮਤਲਬ ਕੋਈ ਪ੍ਰੂਫ ਤਾਂ ਨਹੀਂ ਹੈਗਾ। ਇਹ ਗੱਲ ਮੈਨੀ ਛੋਟੀ ਲੈਵਲ 'ਤੇ ਚੱਲਦੀ ਰਹਿੰਦੀ ਆ ਵੀ ਤੁਸੀਂ ਇਸ ਤਰ੍ਹਾਂ ਸੀਟਾਂ ਕਿਉਂ ਆਪਣੀਆਂ ਗਵਾਉਂਦੇ ਹੋ ਇਸ ਵਕਤ ਵੀ। ਪਰ ਉਹਦਾ ਗੱਲ ਹੋਰ ਹੈ ਨਾ, ਬਾਹਰਲਾ ਬੰਦਾ ਤੁਹਾਡੇ ਬਿਹਾਫ 'ਤੇ ਆ ਕੇ ਕੋਈ ਅਲਾਇੰਸ ਕਰਦਾ ਹੈ, ਉਹ ਤਦੇ ਕਰਦਾ ਨਾ ਜੋ ਤੁਹਾਡਾ ਇਕੱਠੇ ਨਹੀਂ ਹੈਗਾ। ਤੁਹਾਡਾ ਇਕੱਠ ਬਿਲਕੁਲ ਨਹੀਂ ਹੈਗਾ। ਜਿੱਦਾਂ ਜਾਤ ਨੂੰ ਲੈ ਕੇ ਦਲਿਤ ਸਮਾਜ ਤੇ ਉੱਚ ਜਾਤੀय ਸਮਾਜ ਵੰਡਿਆ ਹੋਇਆ, ਉਸੇ ਤਰ੍ਹਾਂ ਹੀ ਦਲਿਤ ਸਮਾਜ ਆਪਣੇ ਆਪ ਦੇ ਵਿੱਚ ਇੰਟਰਨਲੀ ਬੁਰੀ ਤਰ੍ਹਾਂ ਡਿਵਾਈਡ ਹੈ। ਜਿਹੜਾ ਵਾਲਮੀਕੀ ਸਮਾਜ ਆ ਉਹ ਕਹਿੰਦਾ ਵੀ ਸਾਰਾ ਰਿਜ਼ਰਵੇਸ਼ਨ ਜਿਹੜੀ ਹੁਣ ਤੱਕ ਰਾਖਵੀ ਕਰਨਾ ਉਹਦਾ ਪੂਰੀ ਦਾ ਪੂਰਾ ਫਾਇਦਾ ਜਿਹੜਾ ਆਤਰਵੀ ਸਮਾਜ ਲੈ ਗਿਆ। ਕਿ ਚਾਹੇ ਉਹ ਉਹਨਾਂ ਦੀ ਵੀ ਡਾਇਨੈਸਟੀ ਬਣੀ ਹੋਈ, ਜਿੱਦਾਂ ਬਾਦਲ ਸਾਹਿਬ ਦੀ ਡਾਇਨੈਸਟੀ ਆ ਜਾਂ ਰਾਹੁਲ ਇੰਦਰਾ ਗਾਂਧੀ ਪਰਿਵਾਰ ਦੀ ਡਾਇਨੈਸਟੀ ਆ। ਉਹ ਪਹਿਲਾਂ ਮਾਸਟਰ ਗੁਰਬੰਤਾ ਸਿੰਘ, ਫਿਰ ਅੱਗੇ ਗੁਰਬੰਤਾ ਸਿੰਘ ਦੇ ਦੋਨੇ ਉਹ ਕਹਿੰਦੇ ਪੁੱਤਰ ਨੇ, ਚੌਧਰੀ ਜਗਜੀਤ ਸਿੰਘ ਹੁਣ ਨਹੀਂ ਰਹੇ ਤਾਂ ਚੌਧਰੀ ਸੰਤੋਖ ਸਿੰਘ, ਇੱਦਾਂ ਹੀ ਹੋਰ 2-3 ਪਰਿਵਾਰ ਨੇ। ਅਤੇ ਜਿਹੜਾ ਵਾਲਮੀਕੀ ਪਰਿਵਾਰ ਵਾ ਉਹ ਕਹਿੰਦੇ ਸਾਨੂੰ ਤਾਂ ਮਿਲਿਆ ਨਹੀਂ। ਉਹ ਸਕੂਲਾਂ 'ਚ ਵੀ ਕਹਿੰਦੇ ਉਹੀ ਵਿੱਦਿਆ ਲੈ ਕੇ ਗਏ ਆ, ਕਾਲਜਾਂ 'ਚ ਵੀ ਲਗਾਏ ਆ। ਹੁਣ ਜਦ ਤੱਕ ਇਹ ਸ਼ਿਕਵਾ ਦੂਰ ਨਹੀਂ ਹੁੰਦਾ, ਚਾਹੀਦਾ ਤਾਂ ਇਹ ਆ ਕਿ 32 ਦੇ 32 ਜਿਹੜੀਆਂ % ਵੋਟ ਆ 39 ਜਾਤਾਂ ਦੀ, ਸਾਰੇ ਜਾਤਾਂ ਦੇ ਬੰਦੇ ਇਕੱਠੇ ਹੋ ਕੇ ਇਹ ਇਕੱਠ ਕਰਨ, ਆਪਸ ਵਿੱਚ ਹੀ ਗੱਲਬਾਤ ਕਰਨ। ਇਹ ਕਹਿਣ ਜਿੰਨੀ ਕਿਸੇ ਦੀ ਹਿੱਸੇਦਾਰੀ, ਜਿੰਨੀ ਕਿਸੇ ਦੀ ਜੋ ਸੰਖਿਆ ਹੈ ਉਨੀ ਉਹਦੀ ਹਿੱਸੇਦਾਰੀ, ਜੋ ਕਿਸੇ ਕਾਂਚੀ ਬਾਬੂ ਕਾਂਚੀ ਰਾਮ ਜੀ ਦਾ ਸਲੋਗਨ ਸੀਗਾ, ਉਹਦੇ ਹਿਸਾਬ ਨਾਲ ਜੇ ਵਾਲਮੀਕੀਆਂ ਦੀ ਪਰਸੈਂਟੇਜ ਅਤੇ ਆਤਰਮੀ ਦੀ ਪਰਸੈਂਟੇਜ ਜੋ ਵੀ ਹੈ ਉਹਦੇ ਹਿਸਾਬ ਨਾਲ ਬਰਾਬਰ ਦੀਆਂ ਸੀਟਾਂ ਇਹਨਾਂ ਨੂੰ ਮਿਲ ਜਾਣੀਆਂ ਚਾਹੀਦੀਆਂ, ਬਾਕੀਆਂ ਨੂੰ ਉਹਦੇ ਹਿਸਾਬ ਨਾਲ ਦੇ ਕੇ। ਤਾਂ ਮੇਰਾ ਖਿਆਲ ਵਾ ਕਿ ਇੱਕ 32% ਜਿਹੜੀ ਦਲਿਤ ਸਟਰੈਂਥ ਹੈ ਉਹ ਫਿਰ ਆਪਣੀ ਸ਼ਕਤੀ ਦੇ ਉੱਤੇ, ਆਪਣੇ ਬੇਸ ਦੇ ਉੱਤੇ ਜਿੰਨਾ ਮਰਜ਼ੀ ਐਗਰੀਮੈਂਟ ਕਰਨ, ਫਿਰ ਫੈਸਲਾ ਕਰਨ ਆਹ ਸੀਟਾਂ ਸਾਡੀਆਂ, ਤੁਸੀਂ ਦੇਣੀਆਂ ਤਾਂ ਦੇ ਦਿਓ, ਨਹੀਂ ਤਾਂ ਅਸੀਂ ਇਕੱਲੇ ਲੜਾਂਗੇ। ਅਤੇ ਇਹ ਬਹੁਤ ਕੁਛ ਕਰ ਸਕਦੇ ਨੇ। ਜਿਹੜੀਆਂ ਤੁਸੀਂ ਸੀਟਾਂ ਗਣਾਈਆਂ 3 ਸੀਟਾਂ, ਇਸ ਤੋਂ ਇਲਾਵਾ ਜਿਹੜੀਆਂ 8 ਸੀਟਾਂ ਮੈਂ ਗਣਾਈਆਂ ਉਹ ਤਾਂ ਪੱਕੀਆਂ ਨਹੀਂ ਹੋ ਗਈਆਂ, 11 ਤਾਂ ਪੱਕੀਆਂ ਨਹੀਂ ਹੋ ਗਈਆਂ। ਜੇ ਇਕੱਠੇ ਹੋ ਜਾਓਗੇ ਹੋਰ ਜਿੰਨੇ ਵੀ ਦਲਿਤ ਵੋਟ ਜਾਂਦੀ ਕਾਂਗਰਸ ਨੂੰ, ਸਾਰੀ ਵੋਟ ਬੀਐਸਪੀ ਦੀ, ਜੇ ਪੂਰੀ ਦਲਿਤ ਵੋਟ ਬੀਐਸਪੀ ਨੂੰ ਪੈ ਜਾਵੇ, ਕਮਾਲ ਹੈ। ਜਿਹੜੀ 34 ਰਿਜ਼ਰਵ ਕੰਸਟੀਚੁਐਂਸੀ ਹੈਗੀਆਂ ਉਹਨਾਂ ਦੇ ਵਿੱਚ ਜੇ ਦਲਿਤ ਭਾਈਚਾਰਾ, ਤੁਹਾਨੂੰ ਕੀ ਲੱਗਦਾ ਜੀ ਕਿੰਨੀਆਂ ਸੀਟਾਂ ਜਿਹੜੀਆਂ ਬੀਐਸਪੀ ਨੂੰ 20 ਸੀਟਾਂ ਮਿਲੀਆਂ ਨੇ, ਉਹਦੇ ਵਿੱਚੋਂ ਬੀਐਸਪੀ ਕਿੰਨੀਆਂ ਸੀਟਾਂ ਦੇ ਉੱਤੇ ਗੇਨ ਕਰ ਸਕਦੀ ਹੈ ਸੰਭਾਵਨਾ? ਦੇਖੋ, ਜਿਹੜੀਆਂ ਸੀਟਾਂ
ਇਹ ਤੁਸੀਂ ਤਿੰਨ ਕਹੀਆਂ ਹੈਗੀਆਂ, ਇਹ ਤਾਂ ਮੰਨੀਆਂ। ਜਿਹੜੀਆਂ ਬਾਕੀ ਅੰਮ੍ਰਿਤਸਰ ਦੀਆਂ ਸੀਟਾਂ ਨੇ, ਨਾਰਥ ਸੈਂਟਰ ਨੇ, ਜਲੰਧਰ ਨੇ, ਉਹਨਾਂ ਸੀਟਾਂ ਦੇ ਉੱਤੇ ਪਹਿਲਾਂ ਬੀਜੇਪੀ ਰਹੀ ਹੈਗੀ ਆ। ਉਹਨਾਂ ਸੀਟਾਂ ਦੇ ਉੱਤੇ ਤਕਰੀਬਨ ਤੁਸੀਂ ਜਿੱਤ ਪ੍ਰਾਪਤ ਕਰਨੀ ਇੰਨੀ ਸੌਖੀ ਨਹੀਂ ਹੈਗੀ, ਕਿਉਂਕਿ ਟੋਟਲ ਤੌਰ ਦੇ ਉੱਤੇ ਜਿਹੜੀ ਸਿੱਖ ਵੋਟ ਹੈਗੀ ਆ, ਜਾਂ ਜਿਹਨੂੰ ਤੁਸੀਂ ਕਿਸਾਨ ਵੋਟ ਕਹੋਗੇ, ਉਹ ਹੋਲਸੇਲ ਤੱਕ ਟਰਾਂਸਫਰ ਨਹੀਂ ਹੁੰਦੀ। ਇਸ ਤਰ੍ਹਾਂ ਹੀ ਦਲਿਤ ਵੋਟ ਹੋਲਸੇਲ ਤੱਕ ਟਰਾਂਸਫਰ ਨਹੀਂ ਹੋਏਗੀ ਅਕਾਲੀ ਦਲ ਨੂੰ। ਅਕਾਲੀ ਦਲ ਦੀ ਆਪਣੀ ਵੋਟ ਕੁਝ ਜ਼ਰੂਰ ਪਵੇਗੀ, ਇਹ ਤਾਂ ਮੰਨ ਕੇ ਚਲੋ। ਲੋਕੀ ਤੁਹਾਡਾ ਜਿਹੜਾ ਅਲਾਇੰਸ ਹੋਇਆ ਟੌਪ ਦੇ ਉੱਤੇ, ਉਹਨੂੰ ਲੋਕੀ ਕਿਵੇਂ ਮੰਨੂਗੇ, ਉਹਦੇ 'ਤੇ ਐਕਚੁਅਲੀ ਜੋ ਵੋਟ ਪੈਣੀ ਆ ਉਹਦਾ ਵੀ ਇੱਕ ਲੋਕਾਂ ਦੀ ਵਿਚਾਰ ਦੇ ਉੱਤੇ ਨਿਰਭਰ ਕਰਦਾ ਹੈ। ਇਸ ਕਰਕੇ ਹਜੇ ਤਾਂ ਇਲੈਕਸ਼ਨ ਦੇ ਬਾਰੇ ਕੰਪੇਨ ਸ਼ੁਰੂ ਹੋਣੀ ਆ। ਅੱਜ ਫਿਰ ਅਖਬਾਰ 'ਚ ਸੀਗਾ ਕਿ ਬਹੁਤ ਸਾਰੀ ਲੀਡਰਸ਼ਿਪ ਉੱਧਰ ਫਗਵਾੜੇ ਵਿੱਚ ਹਜੇ 12 ਨੂੰ ਉਹਨਾਂ ਦਾ ਸਾਈਨ ਕੀਤਾ ਗਿਆ ਐਗਰੀਮੈਂਟ, 13 ਨੂੰ ਫਗਵਾੜੇ ਉਹਨਾਂ ਨੇ ਬਹੁਤ ਵੱਡਾ 300 ਬੰਦੇ ਦਾ ਇਕੱਠ ਹੋਇਆ। ਅੱਜ ਦੇ ਅਖਬਾਰ 'ਚ ਸੀਗਾ ਕੱਲ੍ਹ ਗੜ੍ਹਸ਼ੰਕਰ ਇਕੱਠ ਹੋਇਆ। ਉਹਨਾਂ ਨੇ ਕਿਹਾ ਵੀ ਗੜ੍ਹਸ਼ੰਕਰ ਦੀ ਸੀਟ ਤਾਂ ਬਿਲਕੁਲ ਫਰਕ ਹੋਣੀ ਚਾਹੀਦੀ ਆ। ਇਹ ਤਾਂ ਉਹੀ ਸੀਟ ਵਾ ਜਿਹੜੀ 1997 ਵਿੱਚ ਅਸੀਂ ਇੱਕੋ ਸੀਟ ਜਿਹੜੀ ਸੀ ਉਹ ਜਿੱਤੇ ਸੀ, ਸਗੁਰਾ ਸਾਹਿਬ। ਉਹ ਮਤਲਬ ਹੋਰ ਤਾਂ ਕੁਝ ਨਹੀਂ ਜਿੱਤੀ, ਸ਼ਾਇਦ ਤੋਂ ਬਾਅਦ ਇਹੋ ਸੀਟ ਜਿੱਤੀ ਗਈ ਆ। ਇਸ ਕਰਕੇ ਇਹਦੇ ਬਾਰੇ ਕੁਝ ਮੈਨੂੰ ਲੱਗਦਾ ਕਿ ਸੀਟਾਂ ਦੀ ਕੁਆਲਿਟੀ ਨੂੰ ਲੈ ਕੇ ਕਿਹੜੀਆਂ ਸੀਟਾਂ ਵਧੀਆ ਸੀਗੀਆਂ ਜਿੱਥੇ ਬੀਐਸਪੀ ਦਾ ਰੋਲ ਸੀਗਾ, ਤਾਂ ਜੇ ਬੀਐਸਪੀ ਆਪਣੀਆਂ ਸੀਟਾਂ ਉਹੀ ਨਹੀਂ ਲੈ ਪਾਈ ਜਿੱਥੇ ਉਹਦਾ ਕਾਫੀ ਗੜ੍ਹ ਸੀਗਾ, ਤਾਂ ਬੀਐਸਪੀ ਬਾਕੀਆਂ ਸੀਟਾਂ 'ਤੇ ਕਿੱਦਾਂ ਜਿੱਤ ਪਾਏਗੀ? ਲੋਕੀ ਪੁੱਛੂਗੇ ਨਾ ਉਹਨਾਂ ਨੂੰ। ਇਹ ਗੱਲ ਇਹਦੇ ਪਿੱਛੇ ਕੀ ਕਾਰਨ ਲੱਗਦਾ ਜੇ ਜਿਹੜਾ ਜਿਨ੍ਹਾਂ ਨੇ ਸਮਝੌਤਾ ਕੀਤਾ? ਉਹਦੇ ਪਿੱਛੇ ਕਾਰਨ ਇਹ ਆ ਕਿ ਸਮਝੌਤਾ ਕਰਨ ਵਾਲੇ ਪੰਜਾਬ ਦੀ ਜਿਹੜੀ ਜ਼ਮੀਨੀ ਰਿਐਲਿਟੀ ਆ, ਗਰਾਊਂਡ ਰਿਐਲਿਟੀ ਆ, ਉਹਦੇ ਤੋਂ ਜਾਣੂ ਨਹੀਂ ਹੈਗੇ। ਹੁਣ ਜੇ ਤੁਸੀਂ ਗੜੀ ਸਾਹਿਬ ਜਸਵੀਰ ਸਿੰਘ ਗੜੀ ਕਹਿੰਦੇ ਜਿੱਦਾਂ ਪੁਰਾਣੇ ਸੈਂਟਰ ਵਾਲੇ ਸੋਚੋਗੇ ਮਾਇਆਵਤੀ ਭੈਣ ਜੀ ਉੱਦਾਂ ਅਸੀਂ ਕਰਾਂਗੇ। ਹੁਣ ਜਾਂ ਤਾਂ ਭੈਣ ਜੀ ਹੁਣ ਇਹਨਾਂ ਨੂੰ ਪੂਰੀ ਤਰ੍ਹਾਂ ਪੁੱਛੋ ਵੀ ਜੇ ਉਹ ਕਹਿ ਸਕਦੇ, ਭੈਣ ਜੀ ਹੁਣ ਕਹਿ ਸਕਦੇ ਸੀਗੇ ਅਕਾਲੀ ਦਲ ਨੂੰ, ਦੇਖੋ ਵੀ ਆਹ ਸੀਟਾਂ ਜਿਹੜੀਆਂ ਹੈਗੀਆਂ ਨੇ ਬੰਗਿਆਂ ਦੀਆਂ, ਫਿਲੌਰ ਦੀ, ਆਦਮਪੁਰ ਦੀ, ਸ਼ਾਮ ਚੌਰਾਸੀ ਦੀ, ਚੱਬੇਵਾਲ ਦੀ, ਗੜ੍ਹਸ਼ੰਕਰ ਦੀ, ਬਲਾਚੌਰ ਦੀ, ਇਹ ਜਿਹੜੀਆਂ ਸੀਟਾਂ ਹੈਗੀਆਂ ਉਹ ਸੀਟਾਂ ਦੇ ਉੱਤੇ ਤਾਂ ਹੁਸ਼ਿਆਰਪੁਰ ਦੀ, ਇਹਨਾਂ ਸੀਟਾਂ ਦੇ ਉੱਤੇ ਫਿਰ ਉਹ ਨਵਾਂ ਸ਼ਹਿਰ ਵਾਲੀ, ਫਿਰ ਦੂਸਰੀ ਆਪਣੇ ਕਿਹੜੀ ਤੁਸੀਂ ਨਵਾਂ ਸ਼ਹਿਰ ਅਤੇ ਤੁਸੀਂ ਫਿਲੌਰ ਨਹੀਂ, ਫਿਲੌਰ ਤਾਂ ਮੈਂ ਲੈ ਲਈ ਹਾਂ, ਤੁਸੀਂ ਤਿੰਨ ਨਾਲ ਲਿਆ ਸੀ ਕਰਤਾਰਪੁਰ, ਹਾਂ ਅਤੇ ਨਵਾਂ ਸ਼ਹਿਰ। ਇਹ ਸੀਟਾਂ ਜਿਹੜੀਆਂ ਬਣਦੀਆਂ 8 3 11 12 13 ਸੀਟਾਂ 14 ਸੀਟਾਂ, ਉਹ ਕਹਿੰਦੇ ਵੀ ਇਹ ਤਾਂ ਸੀਟਾਂ ਇੱਕ ਪਾਸੇ ਛੱਡ ਦਿਓ, ਇਹ ਸਾਡੀਆਂ ਆਈਆਂ। ਇਸ ਤੋਂ ਬਾਅਦ ਦੱਸੋ ਹੋਰ ਕਿੰਨੀਆਂ ਦਿੰਦੇ ਆ ਉਹ? ਫਿਰ ਤਾਂ ਤੁਸੀਂ ਆਪਣੀ ਸਟਰੈਂਥ ਕਰਦੇ। ਲੇਕਿਨ ਦੂਜੇ ਪਾਸੇ ਅਕਾਲੀ ਦਲ ਨੂੰ ਵੀ ਪਤਾ ਹੈ ਕਿ ਇਹਨਾਂ ਦਾ ਇਕੱਠ ਨਹੀਂ ਹੈਗਾ, ਇਹਨਾਂ ਦਾ ਇਕੱਠ ਨਹੀਂ ਹੈਗਾ। ਇਹ ਚੀਜ਼ਾਂ ਜਿਹੜੀਆਂ ਬੜੀਆਂ, ਇਸ ਕਰਕੇ ਪੰਜਾਬ ਦੇ ਵਿੱਚ ਦਲਿਤ ਚੇਤਨਾ ਤਾਂ ਹੈ, ਸਮਾਜਿਕ ਲੈਵਲ ਦੇ ਉੱਤੇ ਉਹਨਾਂ ਦਾ ਯੋਗਦਾਨ ਤਾਂ ਹੈ, ਲੇਕਿਨ ਰਾਜਨੀਤਿਕ ਲੈਵਲ 'ਤੇ ਕਦੋਂ ਉਹਨਾਂ 'ਚ ਸੁਚੇਤ ਹੁੰਦੇ ਨੇ, ਕਦੋਂ ਚੇਤਨਾ ਆਉਂਦੀ ਆ? ਉਹ ਤਦ ਹੀ ਆਏਗੀ ਜੇ ਪਹਿਲਾਂ ਉਹ ਰਾਜਨੀਤਿਕ ਚੇਤਨਾ ਤੋਂ ਆਪਣੇ ਸਮਾਜ ਦੇ ਅੰਦਰ ਸਿੱਖਾਂ ਜੀ ਜਾਤੀ ਪਾਤੀ ਦੀ ਚੇਤਨਾ ਲਿਆ ਕੇ ਵਾਲਮੀਕੀ ਤੇ ਮਜ਼੍ਹਬੀ ਔਨ ਦਾ ਵਨ ਸਾਈਡ, ਰਵਿਦਾਸੀਆ ਰਾਮਦਾਸੀਆ ਧਰਮੀ ਔਨ ਦਾ ਅਦਰ ਸਾਈਡ, ਇਹ ਆਪਸ ਵਿੱਚ ਹੀ ਜਿਹੜਾ ਉਹਨਾਂ ਦਾ ਖਾਪਾ ਪਿਆ ਹੋਇਆ, ਜਿਹੜਾ ਪਾੜਾ ਪਿਆ ਹੋਇਆ, ਉਹਨੂੰ ਦੂਰ ਕਰਨ। ਇਹ ਕਹਿ ਵੀ ਸੀ ਇੱਕੋ ਹੀ ਹੈਗੇ ਆ, ਫਿਰ ਹੋ ਸਕਦਾ। ਪ੍ਰੋਫੈਸਰ ਸਾਹਿਬ ਜੇ ਦੇਖੀਏ ਵੀ ਬਹੁਤ ਸਾਰੀਆਂ ਸੀਟਾਂ ਹੈਗੀਆਂ ਨੇ ਜਿਹੜੀਆਂ ਰਿਜ਼ਰਵ ਨਹੀਂ ਹੈਗੀਆਂ। ਹੁਣ ਹਾਂ 12 ਸੀਟਾਂ ਜਿਹੜੀਆਂ ਰਿਜ਼ਰਵ ਨਹੀਂ ਹੈਗੀਆਂ, ਉਹ ਜੇ ਬੀਐਸਪੀ ਉੱਥੇ ਕੈਂਡੀਡੇਟ ਖੜਾ ਕਰਦੀ ਆ ਤਾਂ ਉਹ ਕਿਹੜਾ ਕਰੇਗੀ? ਦੇਖੋ ਉਹਦੇ 'ਚ ਬੜੀ ਇੰਟਰਸਟਿੰਗ ਹੈ। ਅਗਰ ਬੀਐਸਪੀ ਉਹਦੇ 'ਚ ਕੈਂਡੀਡੇਟ, ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਯੂਪੀ ਵਿੱਚ ਤਾਂ ਚੱਲ ਗਿਆ ਸੀ ਇਹ ਗੱਲ, ਅਤੇ ਹਾਥੀ ਨਹੀਂ ਗਣੇਸ਼ ਹੈ ਉਹ ਨਾ ਸੀ ਨਾ, ਬ੍ਰਹਮਾ ਵਿਸ਼ਨੂੰ ਮਹੇਸ਼ ਹੈ ਲਗਾਇਆ ਸੀ ਨਾ ਉਹ, ਵੀ ਦੇ ਟਰਾਈ ਟੂ ਬ੍ਰਿੰਗ ਇਟ ਕਿ ਤਕਰੀਬਨ ਜਿਹੜੀ ਨਾਨ ਦਲਿਤ ਵੋਟਸ ਹੈ ਉਹਨੂੰ ਵੀ ਅਸੀਂ ਆਪਣੇ ਬੀਐਸਪੀ 'ਚ ਪਾਈਏ। ਔਰ ਅਕਾਲੀ ਦਲ ਨੇ ਵੀ ਨਾਨ ਸਿੱਖ ਨੂੰ ਕਿਹਾ ਸੀ ਅਸੀਂ ਆਪਣੇ 'ਚ ਲੈ ਸਕਦੇ ਹਾਂ, ਆਪਣੇ 'ਚ ਆਪਾਂ ਸੀਟਾਂ 'ਤੇ ਲੜਾਵਾਂਗੇ, ਉਹ ਵੀ ਕੋਸ਼ਿਸ਼ ਕਰਦੇ ਪਏ ਆ। ਲੇਕਿਨ ਇਹ ਜਿਹੜਾ ਵਿਚਾਰ ਹੈ ਇਹ ਤਦੇ ਆਏਗਾ ਅਗਰ ਸਮਾਜ ਦੇ ਵਿੱਚ ਇੱਕ ਲੈਵਲ ਦੇ ਉੱਤੇ ਜਾਤ ਪਾਤ ਤੋਂ ਹਟ ਕੇ ਵਿਚਾਰ ਬਣੇ ਇਲੈਕਸ਼ਨ ਦਾ। ਪਰ ਅਸੀਂ ਤਾਂ ਸੀਟਾਂ ਦੀ ਜਦੋਂ ਵੰਡ ਕਰਦੇ ਹਾਂ, ਸੀਟਾਂ ਦੇ ਉੱਤੇ ਜਦੋਂ ਅਸੀਂ ਕੈਂਡੀਡੇਟ ਚੁਣਦੇ ਹੈਗੇ ਹਾਂ, ਸਾਡੇ ਪਹਿਲਾ ਮਨ 'ਚ ਆਉਂਦਾ ਕਿ ਇਹ ਗੁੱਜਰਾਂ ਦੀ ਡੋਮੀਨੇਟਡ ਏਰੀਆ, ਇੱਥੇ ਗੁੱਜਰ ਨੂੰ ਸੀਟ ਦੇਣੀ ਆ, ਇਹ ਸੈਣੀਆਂ ਦਾ ਡੋਮੀਨੇਟਡ ਏਰੀਆ, ਇੱਥੇ ਸੈਣੀ ਨੂੰ ਸੀਟ ਦੇਣੀ ਆ, ਇਹ ਮਾਝੇ 'ਚ ਫਲਾਨਾ ਡੋਮੀਨੇਟਡ ਏਰੀਆ, ਇੱਥੇ ਇਹਨਾਂ ਨੂੰ ਸੀਟ ਦੇਣੀ ਆ। ਤਾਂ ਪੰਜਾਬ ਦੇ ਵਿੱਚ ਜਿਹੜੀ ਬੀਐਸਪੀ ਹੈਗੀ ਆ, ਹੁਣ ਉਹ ਕਿਸ
ਬੰਦੇ ਨੂੰ ਸੀਟ ਦੇਵੇਗੀ, ਕੀ ਉਹ ਬੰਦਾ ਇਹਨਾਂ ਦੀ ਬੀਐਸਪੀ ਦਾ ਮੈਂਬਰ ਹੋਵੇਗਾ? ਕਿ ਉਹਦਾ ਇਹਨਾਂ ਦੇ ਆਪਣੇ ਸਮਾਜ ਦੇ ਉੱਤੇ ਕੀ ਅਸਰ ਪੈਂਦਾ ਹੈ? ਇਹ ਹੋਏਗਾ। ਲੇਕਿਨ ਜੇ ਤੁਸੀਂ ਜਨਰਲ ਕੰਸਟੀਚੁਐਂਸੀ ਦੇ ਵਿੱਚੋਂ ਕੋਈ ਬੰਦਾ ਉਤਾਰਨਾ ਇੱਕ ਬੜਾ ਤਕੜਾ ਇੱਕ ਚੈਲੰਜ ਵੀ ਹੈਗਾ ਕਿ ਉਹਨੂੰ ਆਧਰਮੀ ਔਰ ਵਾਲਮੀਕੀ ਤੋਂ ਦੂਸਰੇ ਜਿਹੜੇ ਜਾਤ ਨੇ ਉਹਨੂੰ ਵੋਟ ਪਾਉਣਗੇ, ਉਹ ਸੋਚਣਗੇ ਬੰਦਾ ਸਾਡਾ ਹੈ। ਲੱਗਦਾ ਵੀ ਬੀਐਸਪੀ ਜਿਹੜੀਆਂ ਰਿਜ਼ਰਵ ਨਹੀਂ ਹੈਗੀਆਂ ਸੀਟਾਂ, ਉਹਨਾਂ ਸੀਟਾਂ ਤੋਂ ਜਨਰਲ ਬੰਦੇ ਖੜੇ ਕਰ ਸਕਦੀ ਹੈ। ਦੇਖੋ ਇਹ ਬੜਾ ਇਹਦੇ ਵਾਸਤੇ ਇਹ ਤਾਂ ਇੰਟਰਨਲ ਉਹਨਾਂ ਦੀ ਸਮਝ 'ਤੇ ਡਿਪੈਂਡ ਕਰਦਾ ਹੈ ਕਿਵੇਂ ਹੈ, ਕਿਉਂਕਿ ਇਹਦੇ ਨਾਲ ਵਿਦਨ ਬੀਐਸਪੀ ਵੀ ਕਾਫੀ ਕੁਛ ਜਿਹਨੂੰ ਕਸ਼ਮਕਸ਼ ਹੋਣੀ ਹੈ। ਉਹ ਫਰਦਰ ਵਿਦਨ ਬੀਐਸਪੀ ਨੂੰ ਕਮਜ਼ੋਰ ਕਰੇਗਾ, ਉਹ ਇਲਾਜ ਉੱਤੇ ਅਸਰ ਪਵੇਗਾ। ਜਦੋਂ ਉਹਦੇ ਅੰਦਰੋਂ ਟੁੱਟੂ ਕਿਸ ਨੂੰ ਲੈ ਕੇ ਵੀ ਅਸੀਂ ਤਾਂ ਤੁਹਾਡੇ ਨਾਲ ਲੱਗੇ ਹੋਏ ਹਾਂ, ਹੁਣ ਜਦੋਂ ਮੌਕਾ ਹੋਇਆ ਇਲੈਕਸ਼ਨ ਲੜਨੇ ਦਾ, ਤੁਸੀਂ ਕਿਸੇ ਹੋਰ ਬੰਦੇ ਨੂੰ ਸੀਟ ਦੇ ਦਿੱਤੀ ਆ, ਅੰਦਰ ਕਸ਼ਮਕਸ਼ ਹੋਊਗੀ। ਉਹਦੇ ਨਾਲ ਕੀ ਹੋਏਗਾ? ਉਹਦੇ ਨਾਲ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਬਾਦਲ ਤੇ ਬੀਐਸਪੀ ਦਾ ਜਿਹੜਾ ਆਪਣਾ ਅਲਾਇੰਸ ਹੈ ਉਹਦੀ ਸ਼ਕਤੀ 'ਚ ਵੀ ਖੜੋਤ ਆਏਗੀ। ਨਹੀਂ, ਜੇ ਰਿਜ਼ਰਵ ਖੜਾ ਕਰ ਵੀ ਦਿੰਦੇ ਆ, ਮੰਨ ਲਓ ਜਨਰਲ ਸੀਟ ਤੋਂ ਜਿਹੜੀ ਰਿਜ਼ਰਵ ਨਹੀਂ ਹੈਗੀ ਉਹ ਸੀਟ ਤੋਂ ਰਿਜ਼ਰਵ ਕੈਂਡੀਡੇਟ ਖੜਾ ਕਰਦੇ ਆ ਅਲਾਇੰਸ, ਤੇ ਕੀ ਫਿਰ ਜਿਹੜੀ ਜਨਰਲ ਵੋਟ ਜਿਹੜੀ ਕਾਂਗਰਸ ਆਪਦਾ ਜਨਰਲ ਕੈਂਡੀਡੇਟ ਖੜਾ ਕਰਦੀ ਹੈ, ਉਹ ਵੋਟ ਜਿਹੜੀ ਕਿਸਾਨੀ ਦੀ ਆਪਾਂ ਗੱਲ ਕਰੀਏ, ਉਹ ਵੋਟ ਰਿਜ਼ਰਵ ਕੈਟਾਗਰੀ ਨੂੰ ਕਿੱਦਾਂ ਭੁਗਤ ਸਕਦੀ ਹੈ? ਤੁਹਾਨੂੰ ਲੱਗਦਾ ਵੀ ਭੁਗਤੇਗੀ? ਤੁਸੀਂ ਬਿਲਕੁਲ ਸਹੀ ਕਿਹਾ ਹੈਗਾ। ਉਹਦੇ 'ਚ ਇਹਨਾਂ ਦੀ ਮਨਸਾ ਇਹ ਹੈ, ਇਹਨਾਂ ਦੀ ਮੁਰਾਦ ਇਹ ਹੈ ਕਿ ਜਿੰਨੀ ਉੱਥੇ ਵੋਟ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਨੇ ਲੋਕ, ਅਸੀਂ ਹੋਰ ਸੇ ਟ੍ਰਾਂਸਫਰ ਕਰ ਦੇਵਾਂਗੇ ਬੀਐਸਪੀ ਨੂੰ, ਤਾਂ ਜਿਹੜੀ ਉਸ ਇਲਾਕੇ ਦੀ ਜਿੰਨੀ ਵੀ ਦਲਿਤ ਵੋਟ ਹੈ ਉਹ ਸਾਰੀ ਬੀਐਸਪੀ ਨੂੰ ਪੈ ਜਾਊਗੀ। ਇਹ ਸੰਭਵ ਹੈ ਜੀ? ਇਹੋ ਤਾਂ ਉਹਨਾਂ ਦੀ ਕੈਲਕੂਲੇਸ਼ਨ ਨਹੀਂ ਹੋ ਸਕਦੀ। ਇੰਨਾ ਤਾਂ ਡਿਵਾਈਡ ਨਹੀਂ। ਪੰਜਾਬ ਦੇ ਵਿੱਚ ਜੋ ਕੁਛ ਮਰਜ਼ੀ ਹੈ, ਭਾਵੇਂ ਇੱਕ ਅਸੀਂ ਕਹਿੰਦੇ ਹਾਂ ਜਾਤ ਪਾਤ ਦਾ ਫੈਕਟਰ ਹੈਗਾ, ਲੇਕਿਨ ਪੰਜਾਬ ਦੇ ਵਿੱਚ ਜਾਤ ਪਾਤ ਦਾ ਫੈਕਟਰ ਜਦੋਂ ਇਕਨੋਮਿਕ ਹਾਲਾਤ ਬਣਦੇ ਨੇ, ਜਦੋਂ ਜ਼ਮੀਨ ਦੀ ਗੱਲ ਹੁੰਦੀ ਆ, ਲੋਕਲ ਲੈਵਲ 'ਤੇ ਉੱਤੇ ਜਿਹੜੇ ਤੁਹਾਡੇ ਸ਼ਕਤੀ ਦੇ ਸੋਮੇ ਆ ਉਹਨਾਂ 'ਚ ਹਿੱਸੇਦਾਰੀ ਦੀ ਗੱਲ ਹੁੰਦੀ ਆ, ਫਿਰ ਤਾਂ ਜਾਤ ਉੱਤੇ ਬੜੀ ਉੱਠਦੀ ਆ। ਪਰ ਉੱਦਾਂ ਜਾਤ ਨਹੀਂ ਉੱਠਦੀ ਇੱਥੇ। ਉੱਥੇ ਕੋਈ ਪਿੱਟ ਪੁੱਟ ਨਹੀਂ ਪੰਜਾਬ 'ਚ ਹੈਗੀ। ਉੱਥੇ ਲੋਕ ਸਭ ਪ੍ਰਵਾਹ ਨਹੀਂ ਕਰਦੇ, ਕਿਉਂਕਿ ਗੁਰੂ ਸਾਹਿਬਾਨ ਦੀ ਇੱਕ ਫਲਸਫੇ ਦਾ ਇਹਨਾਂ ਨੂੰ ਸਜਦਾ ਹੈਗਾ, ਉਹਦਾ ਅਸਰ ਹੈ। ਪਰ ਲੇਕਿਨ ਜਦੋਂ ਜਿੱਥੇ ਵੀ ਕਿਤੇ ਆਰਥਿਕ ਸੋਮਿਆਂ ਦੇ ਉੱਤੇ ਤੁਹਾਨੂੰ ਆਪਣਾ ਕਾਬਜ ਹੋਣ ਵਾਸਤੇ ਜ਼ਰੂਰਤ ਪੈਂਦੀ ਆ, ਉੱਥੇ ਵੀ ਹੋ ਜਾਂਦੀ ਹੈ। ਪ੍ਰੋਫੈਸਰ ਸਾਹਿਬ, ਆਖਰੀ ਸਵਾਲ ਵੀ ਇਹ ਜਿਹੜਾ ਸਮਝੌਤਾ ਹੋਇਆ ਵੀ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਉੱਧਰ ਨਾਅਰਾ ਲੱਗਿਆ ਹਾਥੀ ਨਹੀਂ ਗਣੇਸ਼ ਹੈ ਨਾ, ਬ੍ਰਹਮਾ ਵਿਸ਼ਨੂੰ ਮਹੇਸ਼ ਹੈ, ਇਹ ਨਾਅਰੇ ਲੱਗੇ, ਉੱਧਰ ਵੀ ਲੱਗੇ। ਹੁਣ ਪੰਜਾਬ ਦੇ ਵਿੱਚ ਵੀ ਦੇਖੀਏ ਅਕਾਲੀ ਦਲ ਨੇ ਜਿਹੜੀ ਸਿਰੇ ਦੀ ਬ੍ਰਾਹਮਣਵਾਦੀ ਪਾਰਟੀ ਜਿਹਨੂੰ ਮੰਨਿਆ ਜਾਂਦਾ ਬੀਜੇਪੀ, ਹੁਣ ਤੱਕ ਉਹਦੇ ਨਾਲ ਹੱਥ ਜੋਟੀ ਫੜ ਕੇ ਚੱਲਦੀ ਰਹੀ ਹੈ। ਅੱਜ ਸਮਾਂ ਬਦਲਿਆ, ਹਾਲਾਤ ਬਦਲੇ, ਉਹਦਾ ਹੱਥ ਫੜਨਾ ਇਹਨਾਂ ਦੇ ਭਲੇ 'ਚ ਨਹੀਂ। ਅੱਜ ਬਿਲਕੁਲ ਰਾਜਨੀਤਿਕ ਤੌਰ 'ਤੇ, ਸਿਧਾਂਤਕ ਤੌਰ 'ਤੇ ਜਿਹੜੀ ਪਾਰਟੀ ਉਹਨਾਂ ਦੇ ਐਂਟੀ ਖੜੀ ਹੈ, ਉਹਦੇ ਨਾਲ ਜੋਟੀ ਪਾਈ ਆ। ਕੀ ਉਹ ਬੀਐਸਪੀ ਦਾ ਇਹ ਜਿਹੜਾ ਅਲਾਇੰਸ ਕਰਨਾ, ਸਮਝੌਤਾ ਕਰਨਾ ਸਿਧਾਂਤਕ ਤੌਰ 'ਤੇ ਸਹੀ ਹੈ? ਦੇਖੋ, ਪੰਜਾਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪੋਸੀਬਲ ਕਿ ਸਾਰੇ ਇਲਾਕਿਆਂ 'ਚ ਆਮ ਆਦਮੀ ਪਾਰਟੀ ਹਾਰ ਗਈ ਸੀ। ਪੰਜਾਬ ਨੇ ਉਹਨਾਂ ਨੂੰ 4 ਸੀਟਾਂ ਦੇ ਦਿੱਤੀਆਂ ਪਹਿਲੇ ਐਮਪੀ ਇਲੈਕਸ਼ਨ 'ਚ। ਚਲੋ ਪਿਛਲੀ ਵਾਰੀ ਉਹ ਹਾਲਾਤ ਬਣੇ, ਹੁਣ ਤਾਂ ਆਮ ਆਦਮੀ ਪਾਰਟੀ ਦਾ ਕੋਈ ਬਾਹਲਾ ਉੱਥੇ ਨਾਮ ਨਹੀਂ ਲੈਂਦਾ। ਲੇਕਿਨ ਪੰਜਾਬ ਵੀ ਐਸੀ ਜਗ੍ਹਾ ਹੈ ਜਿੱਥੇ 2 ਧਰਮ ਨਾਲ ਜੁੜੀਆਂ ਹੋਈਆਂ ਪਾਰਟੀਆਂ ਦੀ ਸਾਂਝ ਹੈਗੀ ਆ। ਬੜੀ ਇੰਟਰਸਟਿੰਗ ਗੱਲ ਹੈਗੀ। ਤਾਂ ਦੇਖੋ ਤੁਸੀਂ ਪੂਰੀ ਦਾ ਪੂਰਾ ਜੋ ਮਸਲਾ ਰਿਹਾ ਪੰਜਾਬ ਦੇ ਵਿੱਚ, ਉਹ ਉਸ ਨੂੰ ਲੈ ਕੇ ਬੜਾ ਰੌਲਾ ਸੀਗਾ। ਸੈਂਟਰ ਦੇ ਵਿੱਚ ਇਹ ਆ ਕਿ ਦੇਖੋ ਜੀ ਪੰਜਾਬ 'ਚ ਕਿਸ ਤਰ੍ਹਾਂ ਹੋ ਰਿਹਾ। ਕਾਂਗਰਸ ਪਾਰਟੀ ਜਿਹੜੀ ਹੈਗੀ ਆ, ਜਿਹੜੀ ਆਪਣੇ ਆਪ ਨੂੰ ਤਕਰੀਬਨ ਸੈਕੂਲਰ ਪਾਰਟੀ ਸ਼ੋਅ ਕਰਦੀ ਹੈ, ਉਵੇਂ ਹੈ ਜਾਂ ਨਹੀਂ ਹੈ ਉਹਦੇ ਬਾਰੇ ਤਾਂ ਮਤਲਬ ਡਿਬੇਟ ਹੋ ਸਕਦੀ ਹੈ। ਉਹਦਾ ਸੈਕੂਲਰ ਹੋਣ ਦੇ ਨਾਤੇ ਉਹਨੂੰ ਅਪੋਜ਼ ਕਰਨ ਵਾਸਤੇ 2 ਧਰਮ ਨਾਲ ਨੂੰ ਪੜ੍ਹਾਈਆਂ ਹੋਈਆਂ ਪਾਰਟੀਆਂ ਇਕੱਠੀਆਂ ਰਹਿੰਦੀਆਂ ਹੈਗੀਆਂ। ਹੁਣ ਜਦੋਂ ਹਾਲਾਤ ਬਣਦੇ ਆ ਇਕਨੋਮਿਕ ਤੌਰ ਦੇ ਉੱਤੇ ਮਾਫ ਕਰਨਾ, ਕਿਉਂਕਿ ਹੋ ਸਕਦਾ ਕਿ ਆਪਣੇ ਮਿਰਰ ਟੀਵੀ ਦੇ ਜਿਹੜੇ ਸਾਡੇ ਉਹਨੂੰ ਸੁਣਨ ਵਾਲੇ ਹੈਗੇ ਉਹਨਾਂ ਨੂੰ ਅਜੀਬ ਲੱਗੇ ਹੋ, ਜਦੋਂ ਸਾਡੇ ਪਾਸ ਆਰਥਿਕ ਤੌਰ ਦੇ ਉੱਤੇ ਮੇਨ ਕਲਾਸ ਤੌਰ ਦੇ ਉੱਤੇ ਮਤਲਬ ਜਮਾਤ ਤੌਰ ਦੇ ਉੱਤੇ, ਜਾਤ ਤੌਰ ਦੇ ਉੱਤੇ, ਜਮਾਤ ਤੌਰ ਦੇ ਉੱਤੇ ਸਿੱਧਾ ਜਦੋਂ ਆਪਸ ਵਿੱਚ ਹੀ ਇੱਕ ਕਨਫਰੰਟੇਸ਼ਨ ਨਹੀਂ ਕਹਿ ਸਕਦੇ, ਕੰਪੀਟੀਸ਼ਨ ਹੈ। ਪੰਜਾਬ ਦੇ ਵਿੱਚ ਇਸ ਲਈ ਕੀ ਹੋ ਰਿਹਾ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਝੋਨੇ ਨੂੰ ਲਾਉਣ ਵਾਸਤੇ, ਜੀਰੀ ਲਾਉਣ ਵਾਸਤੇ ਪਰ ਏਕੜ ਉਹ 2350 ਜਾਂ 3250 ਜੋ ਵੀ ਰੇਟ ਹੈਗਾ ਉਹ ਜਿਹੜਾ ਮਿਲਿਆ ਉਹੀ ਹੋਊਗਾ, ਅਤੇ
ਵਾਧੂ ਰੇਟ ਨਹੀਂ ਦਿੱਤਾ ਜਾਊਗਾ ਤਾਂ ਮਜ਼ਦੂਰ ਕਹਿੰਦੇ ਆ ਕਿ ਸਾਨੂੰ ਵਾਧੂ ਮਿਲਦਾ ਸੀ ਕਿਸੇ ਹੋਰ 'ਤੇ ਜਾ ਕੇ ਲਾਵਾਂਗੇ, ਉਹਦੀ ਕਾਫੀ ਰੌਲਾ ਪੈਂਦਾ। ਤੇ ਇਸ ਦਿਨ ਕਿਸਾਨ ਸੰਯੁਕਤ ਮੋਰਚੇ ਨੇ ਇਹ ਕਿਹਾ ਵੀ ਹੈਗਾ ਅਸੀਂ ਕੋਈ ਪ੍ਰਾਈਸ ਫਿਕਸ ਨਹੀਂ ਕੀਤੀ। ਇਹਦਾ ਮਤਲਬ ਕਿ ਜਮਾਤ ਤੌਰ ਦੇ ਉੱਥੇ ਕਲੈਸ਼ ਹੈ ਜਾਂ ਉੱਥੇ ਕਨਫਰੰਟੇਸ਼ਨ ਹੈ, ਲੇਕਿਨ ਰਾਜਨੀਤਿਕ ਤੌਰ ਦੇ ਉੱਤੇ ਉਹ ਘੱਟ ਕਰਨ ਜਾ ਰਹੇ ਆ ਕਿ ਕਿਵੇਂ ਪੋਸੀਬਲ ਹੋਏਗਾ। ਫਿਰ ਕਲਚਰਲ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ ਸਿਰੇ ਵੱਖਰੇ ਆ, ਪਿੰਡਾਂ ਦੇ ਵਿੱਚ ਧਾਰਮਿਕ ਸਥਾਨ ਵੱਖਰੇ ਆ, ਤਾਂ ਰਾਜਨੀਤੀ ਉੱਤੇ ਤੁਸੀਂ ਇਕੱਠੇ ਹੋ ਰਹੇ ਆ ਕਿ ਥੱਲੇ ਇੰਨਾ ਪਾੜਾ ਹੈ ਉੱਤੇ ਇਕੱਠੇ ਹੋ ਸਕਦੇ ਹੋ। ਇਹ ਬੜੇ ਇੰਪੋਰਟੈਂਟ ਇਸ਼ੂਜ਼ ਹੈਗੇ ਨੇ, ਪਰ ਫਿਰ ਵੀ ਰਾਜਨੀਤਿਕ ਉੱਤੇ ਸਭ ਕੁਝ ਪੋਸੀਬਲ ਹੈ। ਉਹ ਸੋਚੋਗੇ ਠੀਕ ਹੈ ਇਹ ਸਾਡੇ ਆਪਣੇ ਸਮਾਜਿਕ ਤੌਰ 'ਤੇ ਡਿਵੀਜ਼ਨ ਹੈਗੀਆਂ, ਉਹ ਬਾਅਦ 'ਚ ਸੋਚ ਲਵਾਂਗੇ, ਪਹਿਲਾਂ ਕਾਮਨ ਮੈਨ ਨਹੀਂ ਹਰਾਈਏ। ਹੁਣ ਜੇ ਇੱਦਾਂ ਦੇਖੀਏ ਫਿਰ ਇਸ ਸਮਝੌਤੇ ਦੇ ਪਿੱਛੇ ਮੌਕਾ ਪ੍ਰਸਤੀ ਆ, ਲਾਲਚ ਆ, ਸੀਟਾਂ ਦਾ ਲਾਲਚ ਆ, ਕਿਤੇ ਸਿਧਾਂਤਕ ਸਾਂਝ ਤਾਂ ਫਿਰ ਪਿੱਛੇ ਰਹਿ ਗਈ। ਉਹਦੇ 'ਚ ਗੱਲ ਹੋਰ ਹੈ ਨਾ, ਇੱਕ ਹੁਣ BSP ਨੂੰ ਲੱਗਦਾ ਕਿ BJP ਜਿਹੜੀ ਹੈ ਉਹ ਸਾਡੀ ਵੋਟ ਬੈਂਕ ਦੇ ਉੱਤੇ ਉਹਦਾ ਹੱਥ ਜ਼ਿਆਦਾ ਵੱਧ ਰਿਹਾ ਹੈ, ਕਿਉਂਕਿ ਉਹ CM, ਡਿਪਟੀ CM ਦੀ ਗੱਲ ਕਰ ਰਹੇ ਨੇ। ਹੁਣ BSP ਨੂੰ ਲੱਗਦਾ ਵੀ ਇਸ ਤਾਂ ਬਿਲਕੁਲ ਨਿਕਲ ਜਾਵਾਂਗੇ, ਸਾਡੀ ਸਾਰਾ ਵੋਟ ਬੈਂਕ ਤਾਂ ਚਲ ਜਾਏਗਾ BJP ਕੋਲ, ਜਿੱਦਾਂ ਕਿਸੇ ਵੇਲੇ ਸਾਰਾ ਦਾ ਸਾਰਾ ਵੋਟ ਬੈਂਕ ਆਮ ਆਦਮੀ ਪਾਰਟੀ ਕੋਲ ਚਲ ਗਿਆ ਸੀ। ਹੁਣ ਉਹ ਕੋਈ ਨਾ ਕੋਈ ਸੋਚ ਰਹੇ ਨੇ ਕਿ ਕਿਉਂ ਜਦ ਤੱਕ ਇਸ ਲੀਡਰਸ਼ਿਪ ਕੋਲ ਕੋਈ ਆਪਣਾ ਇੰਟੈਲੈਕਚੁਅਲ ਬੰਦਾ ਨਹੀਂ ਹੈਗਾ, ਸਕਾਲਰਸ਼ਿਪ ਨਹੀਂ ਹੈਗੀ, ਇਹਨਾਂ ਸਾਰੀਆਂ ਬਰੀਕੀਆਂ ਨੂੰ ਨਹੀਂ ਸਮਝ ਲਵੇ। ਬਾਦਲ ਸਾਹਿਬ ਬੜੇ ਸਿਆਣੇ ਆ, ਉਹੀ ਇਕੱਲੇ ਸਿਆਣੇ ਆ, ਅਤੇ ਕੈਪਟਨ ਸਾਹਿਬ ਨੂੰ ਇਹ ਚੀਜ਼ਾਂ ਦੀ ਸਮਝ ਆ ਗਈ ਆ। ਅਤੇ ਹੁਣ BSP ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਕੋਈ ਦਲਿਤ ਭਰਾਵਾਂ ਦੇ ਵਿੱਚ ਕੋਈ ਇੱਦਾਂ ਸੂਝਵਾਨ ਕਾਂਚੀ ਨਾਲ ਮੁੱਠੂਗਾ, ਇਹ ਚੀਜ਼ਾਂ ਨੂੰ ਸਮਝੇਗਾ। ਇਹ ਚੀਜ਼ਾਂ ਨੂੰ ਸੌਖੀਆਂ ਨਹੀਂ ਹੈਗੀਆਂ, ਇਹਨਾਂ ਨੂੰ ਸਮਝਣਾ, ਵਿਚਾਰ ਕਰਨਾ, ਕਿਉਂਕਿ ਬਾਬਾ ਸਾਹਿਬ ਇਹ ਕੁੱਠੇ ਸਨ ਜਿਹਨਾਂ ਨੇ ਪੂਰੇ ਭਾਰਤ ਦੀ ਇਹਨੂੰ ਜਾਤ ਨੂੰ, ਪ੍ਰਣਾਲੀ ਨੂੰ ਸਮਝ ਕੇ ਇੱਕ ਬਦਲ ਰੱਖਿਆ ਸੀ, ਜਿਹਨੂੰ ਹਰਾਉਣ ਵਾਸਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਸੀ। ਉਹ ਫਿਰ ਵੀ ਪਰਵਾਹ ਕਰਦੇ ਸੀਗੇ, ਫਿਰ ਉਹ ਇਕੱਲੇ ਖੜੇ ਰਹੇ, ਉਹਨਾਂ ਨੇ ਯੋਗਦਾਨ ਪਾਇਆ। ਇਹ ਯੋਗਦਾਨ ਇਕੱਲਾ ਸਿੱਕਾ ਜੀ ਇਲੈਕਸ਼ਨ ਜਿੱਤਣਾ ਜਾਂ ਹਾਰਨਾ ਨਹੀਂ, ਇਹ ਯੋਗਦਾਨ ਤਾਂ ਭਾਰਤ ਨੂੰ ਸਟਰੈਂਥਨ ਕਰਨਾ ਵਾ, ਇੱਥੇ ਦੀ ਲੋਕਾਈ ਨੂੰ ਜਾਤ ਪਾਤ 'ਚੋਂ ਬਾਹਰ ਕੱਢ ਕੇ। ਤਾਂ ਬੜਾ ਪੁੰਨ ਹੋਵੇਗਾ ਇਹਨਾਂ ਪਾਰਟੀਆਂ ਦਾ ਜੇ ਉਹ ਆਪਣੇ ਮਨਸੂਬੇ ਜਿਹੜੇ ਵੋਟਾਂ ਨੂੰ ਜਿੱਤਣ ਵਾਸਤੇ ਜਾਂ ਲੋਕਾਂ ਨੂੰ ਆਪਣੇ ਮਗਰ ਲਾ ਕੇ ਇਹ ਟੈਂਪਰਰੀ ਜਿੱਤਾਂ ਵੱਲ ਨਾ ਜਾ ਕੇ ਸਮਾਜ ਤੋਂ ਨਿਕਲਣ ਬਾਹਰ। ਇੱਕ ਵਾਰੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਇਹ ਜਾਤ ਪਾਤ ਤੋਂ ਹਟ ਕੇ ਲੋਕ ਵਧੀਆ ਸੋਚਣ ਆਓਗੇ, ਫਿਰ ਵਧੀਆ ਲੋਕ ਇਹਦੇ 'ਚ ਚੁਣੋਗੇ। ਬਹੁਤ ਸਾਰੇ ਐਸੇ ਬੰਦੇ ਆ ਜਿਹਨਾਂ ਨੂੰ ਟਿਕਟ ਮਿਲ ਜਾਂਦੀ ਆ, ਪਾਰਟੀ ਚਾਹੁੰਦੀ ਨਹੀਂ ਹੁੰਦੀ, ਉਹਨਾਂ ਦਾ ਅਸਰ ਸੁਖ ਹੁੰਦਾ, ਪਰ ਲੇਕਿਨ ਜੇ ਲੋਕੀ ਚੰਗੇ ਆ ਬੇਸ਼ੱਕ ਟਿਕਟ ਪਾਰਟੀ ਤੋਂ ਲੈ ਕੇ ਉਹਨੂੰ ਨਕਾਰ ਦੇਣ। ਇੱਥੇ ਤਾਂ ਉਲਟਾ ਕਿ ਬੰਦਾ ਜੇਲ੍ਹ 'ਚ ਬੈਠਾ, ਇੱਕ ਦਿਨ ਵੋਟ ਮੰਗਣ ਨਹੀਂ ਗਿਆ ਤੇ ਜਿੱਤ ਜਾਂਦਾ, ਫਿਰ ਜੇਲ੍ਹ 'ਚ ਬਾਹਰ ਆ ਜਾਂਦਾ ਹੈਗਾ। ਉਹਦਾ ਕਾਰਨ ਕੀ ਆ? ਅਸੀਂ ਜਿਹੜੇ ਵੋਟਾਂ ਪਾਉਣੀਆਂ, ਇਹ ਮੱਤ ਵਾ ਸਾਡੀ, ਮੱਤ ਦਾ ਦਾਨ ਵਾ। ਕੀ ਕਹਿੰਦੇ ਇਹਨੂੰ? ਮਤਦਾਨ। ਮੱਤ ਦਾ ਦਾਨ ਕੀ ਹੋਇਆ? ਇੱਕ ਹੁੰਦਾ ਪੈਸਾ ਦੇਣਾ, ਇੱਕ ਕਿਸੇ ਨੂੰ ਅੰਨ ਪਾਣੀ ਦੇਣਾ, ਇਹ ਮੱਤ ਦੇਣੀ, ਮੱਤ ਦਾ ਦਾਨ। ਲਓ ਵੀ ਤੁਸੀਂ ਦੇ ਦਿੱਤੇ ਮੱਤ, ਅਤੇ ਦਾਨ ਤਾਂ ਉਹਨੂੰ ਕੀਤਾ ਜਾਂਦਾ ਜਿਹੜਾ ਕਾਬਲ ਉਹਦੇ ਹੋਵੇ। ਤਾਂ ਜੇ ਉਹ ਜਾ ਕੇ ਉਸ ਮੱਤ ਨੂੰ ਸਾਨੂੰ ਲੈ ਕੇ ਮੱਤ ਉਹ ਕਿਸੇ ਪਾਸੇ ਰੱਖ ਕੇ ਆਪਣੀ ਮੱਤ ਵਰਤੀ ਜਾਵੇ। ਇਸ ਸਮਝੌਤੇ ਦਾ ਕੀ ਭਵਿੱਖ ਨਜ਼ਰ ਆਉਂਦਾ? ਕੋਈ ਪੋਜ਼ੀਟਿਵ ਸਿੱਟੇ ਨਿਕਲਣਗੇ? ਦੇਖੋ, ਇਸ ਸਮਝੌਤੇ ਦਾ ਬਹੁਤੇ ਜੋ ਹਾਲਾਤ ਬਣਦੇ ਨੇ, ਜੋ ਇਸ ਵੇਲੇ ਗਰਾਊਂਡ ਰਿਐਲਿਟੀ 'ਤੇ ਇਹਦਾ ਮੇਰੇ ਨੈਟਸ ਦੇ ਹਿਸਾਬ ਨਾਲ ਹੈਗਾ, ਮੈਨੂੰ ਕੋਈ ਬਹੁਤਾ ਇਹਦਾ ਵਧੀਆ ਭਵਿੱਖ ਜਿਹੜਾ ਹੈਗਾ ਵੀ ਦੋਨੋਂ ਪਾਰਟੀਆਂ ਦਾ ਕੋਈ ਫਾਇਦਾ ਹੋਵੇਗਾ, ਮੈਨੂੰ ਜ਼ਿਆਦਾ ਨਜ਼ਰ ਨਹੀਂ ਆ ਰਿਹਾ। ਮੇ ਵੀ ਇਹਦਾ ਜਿਹੜਾ ਇੱਕ ਤਰ੍ਹਾਂ ਦਾ ਜੇ ਕੋਈ ਐਸੀ ਵੇਵ ਬਣ ਜਾਵੇ ਪੰਜਾਬ ਦੇ ਵਿੱਚ, ਐਂਟੀ ਇਨਕੂਬੈਂਸੀ ਕਾਂਗਰਸ ਦੇ ਅਗੇਂਸਟ ਹੋ ਜਾਵੇ, ਹੈ ਕਿ ਨਹੀਂ, ਦੋ ਉਹਨਾਂ ਨੂੰ ਟਰਮਾਂ ਮਿਲੀਆਂ ਹੋਈਆਂ, ਅਤੇ BJP ਵਾਸਤੇ ਵੀ ਇਹਨਾਂ ਨੇ ਖੇਤੀ ਦੇ ਬਿੱਲ ਜਿਹੜੇ ਹੈਗੇ ਆ ਉਹ ਪਾਸ ਕੀਤੇ ਆ, ਲਾਅ ਬਣਾਏ ਆ, ਉਹ ਹੋ ਜਾਵੇ ਤਾਂ ਸ਼ਾਇਦ ਉਹ ਇੱਕ ਤਰ੍ਹਾਂ ਦਾ ਮਾਹੌਲ ਬਣ ਜਾਵੇ। ਪਰ ਉਹਦੀ ਕਮੀ ਇਹ ਹੈ ਕਿਉਂਕਿ ਜਿੰਨੀ ਵੀ 32 ਦੇ 32 ਕਿਸਾਨ ਯੂਨੀਅਨ ਹੈਗੀਆਂ ਨੇ, ਉਹ ਤਾਂ ਇਹ ਸੋਚ ਰਹੀਆਂ ਨੇ ਕਿ ਇਹ 'ਚ ਅਕਾਲੀ ਦਲ ਨੇ ਸਾਡਾ ਸਾਥ ਦਿੱਤਾ ਨਹੀਂ ਹੈਗਾ। ਇਹ ਬੜਾ ਕੰਪਲੈਕਸ ਹੈਗਾ, ਇਸ ਕਰਕੇ ਉਹਨਾਂ ਨੇ ਇੱਕ ਸ਼ੁਰੂ ਕੀਤਾ ਇਨੀਸ਼ੀਏਟਿਵ, ਲੈਟਸ ਸੀ ਕਿਵੇਂ ਬਣਦਾ ਹੈਗਾ, ਪਰ ਬਹੁਤੀ ਕੋਈ ਉਮੀਦ ਦਾ ਉੱਤੋਂ ਰੱਖਣੀ ਇਸ ਲਈ ਟੂ ਦੀ ਅਪ ਟੂ ਨਾਓ ਤਾਂ ਕੋਈ ਬਣਦੀ ਨਹੀਂ ਹੈਗੀ। ਮੇ ਵੀ 100% ਰੋਂਗ, ਪਰ ਜਿਹੜੀ ਮੇਰੀ ਤੁੱਛ ਬੁੱਧੀ ਆ ਉਹਦੇ ਹਿਸਾਬ ਨਾਲ ਦੱਸ ਰਿਹਾ ਮੈਂ। ਧੰਨਵਾਦ ਜੀ ਪ੍ਰੋਫੈਸਰ ਸਾਹਿਬ ਸਮਾਂ ਦੇਣ ਲਈ। ਇਹ ਸਨ ਪ੍ਰੋਫੈਸਰ ਰੌਣਕੀ ਰਾਮ ਜੀ, ਜਿਨ੍ਹਾਂ ਨੇ ਪੰਜਾਬ ਦੀ ਰਾਜਨੀਤੀ 'ਚ ਜੋ ਇਸ ਵਕਤ ਸਰਗਰਮੀ ਹੋ ਰਹੀ ਆ, ਦਲਿਤ ਰਾਜਨੀਤੀ ਹੋ ਰਹੀ ਆ, ਦਲਿਤ ਵੋਟ ਨੂੰ ਲੈ ਕੇ ਰਾਜਨੀਤੀ ਹੋ ਰਹੀ ਆ, ਉਹ 'ਤੇ ਆਪਣੇ ਵਿਚਾਰ ਪੇਸ਼ ਕੀਤੇ ਆ, ਅਤੇ ਨਾਲ ਦੀ ਨਾਲ ਦੱਸਿਆ ਕਿ ਇਸ ਸਮਝੌਤੇ ਦਾ ਸਿਧਾਂਤਕ ਆਧਾਰ ਕੋਈ ਨਹੀਂ ਹੈ। ਇਸ ਸਮਝੌਤੇ ਦਾ ਆਧਾਰ ਜੇ ਹੈ ਤਾਂ ਸਿਰਫ ਅਤੇ ਸਿਰਫ ਰਾਜਨੀਤਿਕ ਤੌਰ 'ਤੇ ਸੀਟਾਂ ਹਾਸਲ ਕਰਨਾ ਹੀ ਹੈ, ਔਰ ਇਹਦੇ ਪਿੱਛੇ ਕੀ ਕਾਰਨ ਨੇ ਔਰ ਇਹਦੇ ਕੀ ਸਿੱਟੇ ਨਿਕਲਣਗੇ ਉਹ ਸਮਾਂ ਦੱਸੇਗਾ।
ਮੈਂ ਕਰਮ ਸਿੱਖਾ ਦਾ ਮਿਰਰ ਪੰਜਾਬ ਟੀਵੀ ਵੱਲੋਂ ਕੈਮਰਾਮੈਨ ਨਿਖਲ ਸ਼ਰਮਾ ਦੇ ਨਾਲ।